अंगद दुख निकंदन अमरदास गुर हृदय नित ध्यावों जी हृदय नित ध्यावों। श्री गुर रामदास गुण गावो। श्री अर्चन विघ्नन के नासक विघ्नन के नासक। हर गोबिंद शुभ सुमत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुर गोबिंद सिंह विसाला। तरों तरा पर पुन पुन सीसा जी पुन पुन सीसा। बंदो बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। कह बाला सुन गुर दुख कदम। दास पठायो तब मुझ सदं। सदनं गयो संग मैं तेहि स्थानं। यह कालू नानक गत दानं। कह बाला सुन गुर दुख कदनं। वाहिगुरु जी का खालसा वाहिगुरु जी की फतेह। दीन दयाल सतगुरु भगत वत्सल धन धन श्री गुरु नानक देव साहिब जी महाराज। पंथ दे वाली अमृत के दाते साहिब कमाल। धन धन श्री गुरु गोबिंद सिंह साहिब जी महाराज। दसे गुरु साहिबानां दी आत्मक जोत जागदी जोत। चवर छत्र ਸਿੰਘਾਸਣ तख्त दे मालक। जुगो जुग अटल बाणी के बोहित। कल युग जहाज सतगुरु धन धन श्री गुरु ग्रंथ साहिब जी महाराज। सतगुरु जी दी साजी निवाजी गुरु रूप गुरु प्यारी गुरु खालसा साध संगत जीओ। आप जी कर्मां वाले वड्डियां भागां वाले वडभागी हो। जो गुरु ग्रंथ साहिब महाराज जी दे पावन पवित्र महान तो महान दर्शन करके गुरु अर्जन देव महाराज जी दे चरणां विच नतमस्तक हो के हाਜ਼ਰੀਆਂ लवा रहे हो। महाराज जी दियां बेअंत खुशियां प्राप्त करके लाहा प्राप्त गुरु ਦੀਆਂ बेअंत संगतां ने संध्या ਦੇ ਸਮੇਂ ਤੋਂ ਕੀਤਾ है। महाराज श्री गुरु नानक देव जी पूर्ण गुर अवतार। सच्चे पातशाह जी की लड़ीवार गुर इतिहास की कथा गुरु नानक प्रकाश की सतगुरु जी की कृपा सदका चलती आ रही है। हुण उस कथा नूं सरवण करन दा समा होया है।
ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਪਿਤਾ ਜੀ ਨੇ ਇੱਕ ਦਿਨ ਬੈਠ ਕੇ ਗੱਲਬਾਤ ਵਿਚਾਰ ਕੀਤੀ ਹੈ, ਕੋਲ ਬੁਲਾਇਆ ਹੈ, ਕਿਹਾ ਕਿ ਸੁਪੁੱਤਰ ਜੀ ਵੇਖੋ, ਤੁਸੀਂ ਸਾਡੇ ਘਰ ਵਿੱਚ ਇੱਕੋ ਹੀ ਇੱਕ ਹੋ। ਜੇ ਚਲੋ ਤੁਸੀਂ ਦੋ ਭਰਾ ਹੁੰਦੇ, ਇੱਕ ਕਰਦਾ ਇੱਕ ਨਾ ਵੀ ਕਰਦਾ ਤਾਂ ਵੀ ਸਰ ਜਾਂਦਾ। ਹੁਣ ਤੁਸਾਂ ਨੇ ਤੇ ਇਵੇਂ ਘਰ ਦਾ ਕੰਮ ਕਾਰ ਤਿਆਗਿਆ ਛੱਡਿਆ ਹੋਇਆ ਹੈ। ਜਿਸ ਤਰ੍ਹਾਂ ਕੋਈ ਅਤੀਤ ਵੈਰਾਗੀ ਸਾਧੂ ਪੱਕਾ ਵਿਰਾਗ ਧਾਰਨ ਕਰਕੇ ਬੈਠਾ ਹੋਵੇ ਕਿ ਮੈਂ ਤੇ ਸੰਸਾਰ ਦਾ ਇੱਕ ਵੀ ਕੰਮ ਨਹੀਂ ਕਰਨਾ ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਮੈਂ ਤੇ ਉਸ ਵਾਹਿਗੁਰੂ ਦੇ ਪਰਾਇਣ ਹੀ ਰਹਿਣਾ ਹੈ। ਉਹਨਾਂ ਵੈਰਾਗੀਆਂ ਵਿਰਗਤੀਆਂ ਸਾਧੂਆਂ ਵਾਂਗੂ ਤੁਸਾਂ ਨੇ ਆਪਣਾ ਸੁਭਾਅ ਕੀਤਾ ਹੈ। ਪੁੱਤਰ ਜੀ, ਸਾਨੂੰ ਗ੍ਰਹਿਸਥੀ ਪਰਿਵਾਰ ਵਾਲਿਆਂ ਨੂੰ ਉਹ ਫਕੀਰਾਂ ਦਰਵੇਸ਼ਾਂ ਦਾ ਜਿਹੜਾ ਹੈ ਸੰਗ ਕਰਨਾ, ਉਹਨਾਂ ਦੀ ਚਾਲੀ ਕਰਨੀ ਕਿਵੇਂ ਬਣ ਆਉਂਦੀ ਹੈ। ਤੁਸਾਂ ਨੇ ਤੁਹਾਨੂੰ ਤੇ ਮੈਂ ਥੱਕ ਗਿਆ ਹਾਂ, ਹਾਰ ਹੰਬ ਗਿਆ ਹਾਂ ਸਮਝਾ ਕੇ, ਪਰ ਤੁਸੀਂ ਕੋਈ ਅਸਰ ਨਹੀਂ ਕਰਦੇ। ਮੈਂ ਚਾਹੁੰਦਾ ਹਾਂ ਕਿ ਮੇਰੇ ਬਜ਼ੁਰਗ ਹੁੰਦਿਆਂ ਮੇਰੇ ਜੀਂਦਿਆਂ ਤੁਸੀਂ ਕੁਝ ਨਾ ਕੁਝ ਕਰ ਲਓ, ਮੈਨੂੰ ਪਤਾ ਚੱਲੇ ਕਿ ਮੇਰੇ ਘਰ ਜੋ ਸੁਪੁੱਤਰ ਹੋਏ ਹੈ ਮੈਨੂੰ ਸੁੱਖ ਕਰਨ ਵਾਲੇ ਹੈ। ਪਰ ਤੁਸਾਂ ਨੇ ਤੇ ਜਿਵੇਂ ਚੰਦਰਮਾ ਨੂੰ ਰਾਹੂ ਲੱਗ ਜਾਂਦਾ ਹੈ ਗ੍ਰਹਿਣ, ਮੈਨੂੰ ਤੁਸੀਂ ਰਾਹੂ ਵਾਂਗ ਹੀ ਮਿਲੇ ਹੋਏ। ਮੇਰੇ ਘਰ ਦੇ ਤੁਸੀਂ ਐਵੇਂ ਪੈਦਾ ਹੋਏ ਹੋ। ਸੁਪੁੱਤਰ, ਮੈਂ ਐਵੇਂ ਨਹੀਂ ਕਹਿੰਦਾ, ਪੂਰੇ ਨਗਰ ਵਿੱਚ ਪੁੱਛ ਕੇ ਵੇਖੋ ਮੈਂ ਪੈਸਾ ਕਮਾਉਣ ਵਿੱਚ ਕੈਸਾ ਹਾਂ। ਮੈਨੂੰ ਸਾਰੀ ਨਗਰੀ ਮੰਨਦੀ ਹੈ। ਜੇ ਤੁਸੀਂ ਵੀ ਜੇ ਕਮਾਓਗੇ ਤੁਹਾਡੇ ਕਰਕੇ ਸਾਡਾ ਵੀ ਜਸ ਹੋਵੇਗਾ ਕਿ ਅੱਗੇ ਜੋ ਗੁਰੂ ਨਾਨਕ ਸਾਹਿਬ ਜੀ ਸੁਪੁੱਤਰ ਹੋਏ ਕਲਿਆਣ ਚੰਦ ਜੀ ਦੇ ਘਰ, ਉਹ ਵੀ ਬੜੇ ਕਮਾਊ ਹੈ। ਬੜੀਆਂ ਵਚਨ ਬੜੇ ਬੋਲ ਬਾਬਾ ਜੀ ਪਿਤਾ ਜੀ ਕਹਿੰਦੇ ਰਹੇ। ਗੁਰੂ ਨਾਨਕ ਸਾਹਿਬ ਜੀ ਤੇ ਇਵੇਂ ਸ਼ਾਂਤ ਚੁੱਪ ਬੈਠੇ ਹੈ ਜਿਵੇਂ ਬੜਾ ਵੱਡਾ ਮੁਨੀ ਕੋਈ ਤਪ ਸਾਧਨਾ ਵਿੱਚ ਮੌਨ ਧਾਰ ਕੇ ਬੈਠਾ ਹੋਵੇ। 2 ਘੜੀਆਂ ਦੇ ਬਾਅਦ ਸਤਿਗੁਰ ਜੀ ਬਾਅਦ ਵਿੱਚ ਆਪਣੇ ਮੁਖੋਂ ਵਚਨ ਬੋਲੇ। ਬਾਬਾ ਕਲਿਆਣ ਚੰਦ ਦੇ ਬੜੇ ਗੁੱਸੇ ਵਿੱਚ ਕ੍ਰੋਧਿਤ ਹੋ ਕੇ ਅਖੀਰ ਚੁੱਪ ਕਰ ਗਏ ਵੀ ਇਹ ਤੇ ਕੁਝ ਜਵਾਬ ਨਹੀਂ ਦਿੰਦੇ। ਗੁਰੂ ਨਾਨਕ ਸਾਹਿਬ ਜੀ ਨੇ 2 ਘੜੀਆਂ ਬਾਅਦ ਸੁੱਖ ਦੇਣ ਵਾਲੇ ਵਚਨ ਬੋਲੇ, ਪਿਤਾ ਜੀ ਜੋ ਪਿੱਛੇ ਹੋ ਗਿਆ, ਹੁਣ ਤੁਸੀਂ ਜਿਵੇਂ ਕਹੋਗੇ ਅਸੀਂ ਤੁਹਾਡੀ ਆਗਿਆ ਅਨੁਸਾਰ ਹਾਂ ਉਵੇਂ ਕਰਾਂਗੇ। ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਕੀ ਕੰਮ ਕਰਨਾ ਹੈ ਉਹ ਦੱਸੋ, ਮੈਂ ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਧਿਆਨ ਦੇ ਕੇ ਕਰਾਂਗਾ। ਜੋ ਪਿੱਛੇ ਭੁੱਲਾਂ ਗਲਤੀਆਂ ਹੋ ਗਈਆਂ ਪਿਤਾ ਜੀ, ਉਹ ਖਤਾ ਭੁੱਲ ਚੁੱਕ ਮਾਫ ਕਰੋ। ਪਿਤਾ ਜੀ ਨੇ ਬਚਨ ਸੁਣ ਕੇ ਖੁਸ਼ ਹੋਏ ਹੈ ਕਿ ਸਾਡੇ ਅਨੁਸਾਰੀ ਹੋ ਗਿਆ। ਫਿਰ ਪੈਸਾ ਕਮਾਉਣ ਖੱਟੀ ਕਰਨ ਦੀ ਜਿਹੜੀ ਕੋਈ ਵਿਚਾਰ ਹੈ ਬਾਣੀ ਉਹ ਬੋਲੀ ਹੈ ਕਿ ਤੁਸਾਂ ਨੇ ਪਹਿਲਾਂ ਖੇਤ ਦਾ ਨੁਕਸਾਨ ਕੀਤਾ ਹੈ, ਘਰ ਦਾ 1.25 ਮਣ ਬੀਜ ਖੜ ਕੇ ਪਸ਼ੂਆਂ ਨੂੰ ਚਰਾ ਦਿੱਤੀ ਹੈ। ਹੁਣ ਮੈਂ ਤੁਹਾਨੂੰ ਇਵੇਂ ਕਰਦਾ ਹਾਂ, ਤੁਸੀਂ ਵਣਜ ਵਪਾਰ ਕਰੋ, ਇੱਕ ਥਾਂ ਤੋਂ ਸੌਦਾ ਲੈ ਕੇ ਦੂਜੇ ਥਾਂ ਲਾਭ ਵੇਖ ਕੇ ਨਫਾ ਵੇਖ ਕੇ ਵੇਚ ਦਿਓ। ਬਹੁਤਾ ਜੇ ਤੁਸੀਂ ਇਵੇਂ ਕਰੋਗੇ ਤਾਂ ਅਸੀਂ ਤੁਹਾਨੂੰ ਜਿਹੜਾ ਹੈ ਬਹੁਤਾ ਪੈਸਾ ਮੈਂ ਦਿਆਂਗਾ ਕਿ ਚੰਗਾ ਵਪਾਰ ਕਰੋ। ਬਾਕੀ ਜੋ ਤੁਸੀਂ ਕਮਾਉਂਦੇ ਹੋ ਆਪਣੀ ਕਮਾਈ ਵੱਖਰੀ ਸਾਂਭੀ ਜਾਓ, ਤੁਹਾਡੇ ਕੰਮ ਆਵੇਗੀ। ਬਾਬਾ ਕਲਿਆਣ ਚੰਦ ਜੀ ਨੇ ਸਤਿਗੁਰੂ ਜੀ ਨੂੰ ਇਹੋ ਜਿਹੇ ਬਚਨ ਕਹੇ, ਮਹਾਰਾਜ ਆਗਿਆ ਅਨੁਸਾਰੀ ਹੋਏ ਹੈ। ਬਾਬਾ ਕਲਿਆਣ ਚੰਦ ਜੀ ਨੇ ਕਿਹਾ ਹੈ, ਪੁੱਤਰ ਜੀ 20 ਰੁਪਏ ਲੈ ਲਓ ਸਾਡੇ ਕੋਲੋਂ, ਚੰਗਾ ਜਿਹੜਾ ਨਫੇ ਦਾ ਸੌਦਾ ਖਰਾ ਸੌਦਾ ਕਰੋ। ਨਾਲ ਜਿਹੜੇ ਤੁਹਾਡੇ ਸਾਥੀ ਹੈ ਤੁਹਾਡੇ ਨਾਲ ਖੇਡਦੇ ਮਲਦੇ ਰਹੇ ਹੈ ਭਾਈ ਬਾਲਾ ਜੀ, ਉਹਨਾਂ ਨੂੰ ਨਾਲ ਲੈ ਲਓ। ਇਵੇਂ ਕਹਿ ਕੇ ਤੇ ਉਹ ਸਾਰਾ ਸਮਝਾ ਦਿੱਤਾ ਹੈ। ਅੱਗੇ ਜਿਹੜੇ ਪ੍ਰਸੰਗ ਆ ਰਹੇ ਆਪਾਂ ਸਰਵਣ ਕਰੀਏ।
ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਬਾਲਾ ਸੁਨ ਗੁਰ ਦੁਖ ਕਦਨੰ। ਜਦੋਂ ਪਿਤਾ ਜੀ ਨੇ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਸੁਪੁੱਤਰ ਕਮਾਈ ਕਰੋ, ਪੈਸੇ ਦੇ ਨਾਲ ਹੀ ਸਭ ਕੁਝ ਹੈ, ਵੱਧ ਤੋਂ ਵੱਧ ਮਾਇਆ ਪੈਦਾ ਕਰੋ, ਫਿਰ ਤੁਸੀਂ ਸੁਪੁੱਤਰ ਕਹਾਓਗੇ, ਲੋਕ ਤੁਹਾਡੀ ਵਡਿਆਈ ਕਰਨਗੇ, ਤੁਹਾਡੀ ਵਡਿਆਈ ਹੋ ਨਾਲ ਸਾਡੀ ਹੋਊਗੀ। ਭਾਈ ਬਾਲਾ ਆਪਣੇ ਸਾਥੀ ਨੂੰ ਨਾਲ ਲੈ ਲਓ ਅਤੇ ਤੁਸੀਂ ਬੜੇ ਉਤਸ਼ਾਹ ਨਾਲ ਵਣਜ ਵਪਾਰ ਕਰੋ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਥਾ ਸੁਣਾ ਰਹੇ, ਜਿਸ ਕਰਕੇ ਕਹਿੰਦੇ ਦੁੱਖਾਂ ਨੂੰ ਕੱਟਣ ਵਾਲੇ ਦੁੱਖ ਕਦਨੰ, ਦੁੱਖਾਂ ਨੂੰ ਕੱਟਣ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਅੱਗੇ ਕਥਾ ਸੁਣੀਏ ਜੀ। ਦਾਸ ਪਠਾਇਓ ਤਬ ਮੁਝ ਸਦਨੰ। ਤਦੋਂ ਇਹ ਸਾਰੀ ਸਲਾਹ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਇੱਕ ਆਪਣਾ ਦਾਸ ਸਾਨੂੰ ਬੁਲਾਉਣ ਵਾਸਤੇ ਵੀ ਭਾਈ ਬਾਲੇ ਨੂੰ ਬੁਲਾ ਕੇ ਲਿਆ ਭੇਜਿਆ ਸਾਡੇ ਘਰ। ਗਇਓ ਸੰਗ ਮੈਂ ਤੇਹ ਅਸਥਾਨੰ। ਉਹ ਜਿਹੜਾ ਦਾਸ ਆਇਆ ਉਹਦੇ ਨਾਲ ਮੈਂ ਫਿਰ ਗਿਆ ਜਿਸ ਅਸਥਾਨ ਤੇ ਜਹ ਕਾਲੂ ਨਾਨਕ ਗਤ ਦਾਨੰ। ਉਸ ਅਰਦਾਸ ਨਾਲ ਮੈਂ ਗਿਆ ਉਸ ਸਥਾਨ ਤੇ ਜਿੱਥੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਤੇ ਬਾਬਾ ਕਲਿਆਣ ਚੰਦ ਪਿਤਾ ਜੀ ਨਾਲ ਹੀ ਬੈਠੇ ਸਨ। ਮੁਝ ਕੋ ਸਾਦਰ ਨਿਕਟ ਬਿਠਾਇਆ। ਮੈਨੂੰ ਗਿਆ ਨੂੰ ਬੜੇ ਆਦਰ ਸਨਮਾਨ ਨਾਲ ਕੋਲ ਹੀ ਬਿਠਾ ਲਿਆ ਹੈ। ਹਿਤ ਭੇਜਨ ਕੇ ਬਚਨ ਅਲਾਇੰ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਫਿਰ ਮੈਨੂੰ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭੇਜਣ ਵਾਸਤੇ ਬਚਨ ਕਿਹਾ ਕਿ ਤੁਸੀਂ ਨਾਲ ਜਾਣਾ ਹੈ। ਸੁਨ ਬਾਲੇ ਤੂੰ ਹੈ ਮਤਵਾਨੰ। ਹੇ ਵੀ ਭਾਈ ਬਾਲੇ ਸੁਣ, ਤੂੰ ਬੜਾ ਬੁੱਧੀ ਵਾਲਾ ਹੈ, 3 ਸਾਲ ਇਹਨਾਂ ਤੋਂ ਵੱਡਾ ਵੀ ਹੈ। ਉਸ ਵਕਤ ਭਾਈ ਬਾਲਾ ਜੀ ਦੀ 17-18 ਸਾਲ ਦੇ ਕਰੀਬ ਉਮਰ ਸੀ। ਸਤਿਗੁਰੂ ਨਾਨਕ ਮਹਾਰਾਜ ਜੀ 14-15 ਸਾਲਾਂ ਦੇ ਸਨ। ਕੀਜੈ ਨਾਨਕ ਸੰਗ ਪਿਆਨੰ। ਤੁਸੀਂ ਬੁੱਧੀ ਵਾਲੇ ਮਤ ਵਾਲੇ ਵੀ ਹੋ, ਇਸ ਕਰਕੇ ਸੁਪੁੱਤਰ ਨਾਨਕ ਜੀ ਨਾਲ ਅੱਜ ਜਾਣਾ ਕਰੀਏ। ਹੋਏ ਲਾਭ ਦਾ ਸੌਦਾ ਜੋ। ਜਿਸ ਸੌਦੇ ਵਿੱਚ ਨਫਾ ਹੋਊਗਾ, ਲਾਭ ਦੇਣ ਵਾਲਾ ਸੌਦਾ ਹੋਵੇਗਾ ਖਰਾ ਸੌਦਾ। ਲੇਹੋ ਸੰਭਾਰ ਆਨੀਏ ਸੋ। ਉਸ ਲਾਭ ਦੇਣ ਵਾਲੇ ਨਫੇ ਵਾਲੇ ਸੌਦੇ ਨੂੰ ਸੰਭਾਲ ਕਰਕੇ ਤੁਸੀਂ ਦੋਵੇਂ ਜਾਣੇ ਲੈ ਆਈਏ। ਅਸ ਕਹਿ 20 ਰਜਤ ਪਣ ਦੀਨੇ। ਇਸ ਤਰ੍ਹਾਂ ਕਹਿ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਮੈਨੂੰ 20 ਰੁਪਏ ਪਿਤਾ ਕਲਿਆਣ ਚੰਦ ਜੀ ਨੇ ਦੇ ਦਿੱਤੇ ਹੈ। ਭਲ ਬਿਦ ਸੋ ਮੁਝ ਸੌਂਪਨ ਕੀਨੇ। ਚੰਗੀ ਤਰ੍ਹਾਂ ਨਾਲ ਮੈਨੂੰ ਸੌਂਪ ਦਿੱਤੇ, ਮੇਰੇ ਹੱਥ ਵਿੱਚ ਦੇ ਕੇ ਮੁੱਠੀ ਜੀ ਘੁੱਟ ਦਿੱਤੀ ਹੈ ਕਿ ਆ 20 ਰੁਪਏ ਤੁਸੀਂ ਸੰਭਾਲੋ, ਸਿਆਣੇ ਹੋ। ਇਹ ਗੁਰੂ ਨਾਨਕ ਸਾਹਿਬ ਤੇ ਗਵਾਹ ਦਿੰਦੇ ਹਨ। ਭਾਤਿਆਰ ਮੈਂ ਮਾਨ ਨਿਦੇਸਾ। ਮਾਨ ਨਿਦੇਸਾ, ਮੈਂ ਇਵੇਂ ਪਿਤਾ ਜੀ ਦੀ ਗੱਲ ਮੰਨ ਕੇ ਕਲਿਆਣ ਚੰਦ ਜੀ ਦੀ ਆਗਿਆ ਮੰਨ ਕੇ ਤਿਆਰ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਨਾਲ ਚੱਲਣ ਵਾਸਤੇ। ਚਲੇ ਮੁਕੰਦ ਜੇ ਕਟਤ ਕਲੇਛਾ। ਜੋ ਆਪਣੇ ਦਾਸਾਂ ਸੇਵਕਾਂ ਦੇ ਦੁੱਖਾਂ ਕਲੇਸ਼ਾਂ ਨੂੰ ਕੱਟਣ ਵਾਲੇ, ਮੁਕਤੀ ਬਖਸ਼ਣ ਵਾਲੇ, ਮੁਕਤੀ ਦਾਤੇ ਸਤਿਗੁਰੂ ਜੀ ਚੱਲੇ ਐ, ਮੈਂ ਵੀ ਤੁਰ ਪਿਆ ਹਾਂ। 4 ਪਟੰਬਰ ਕੀ ਇੱਕ ਲਾਈ। ਸਤਿਗੁਰੂ ਜੀ ਆ 4 ਸੁੰਦਰ ਜਿਹੜੇ ਰੇਸ਼ਮ ਦੇ ਵਸਤਰ ਦੇ ਨਾਲ ਬਣੀ ਹੋਈ
ਧਾਗੇ ਨਾਲ ਬਣੀ ਹੋਈ ਇੱਕ ਤਲਾਈ, ਸੋ ਲੀਨੀ ਮੈਂ ਕੰਧ ਉਚਾਈ। ਉਸ ਨੂੰ ਮੈਂ ਆਪਣੇ ਮੋਢਿਆਂ ਦੇ ਉੱਪਰ ਚੁੱਕ ਲਿਆ, ਜੋ ਸੁੰਦਰ ਮਰੇਸ਼ਮ ਦੇ ਧਾਗੇ ਨਾਲ ਤਲਾਈ ਚਾਦਰ ਬਣੀ ਹੋਈ ਹੈ। ਵਹਿਰ ਨਗਰ ਤੇ ਕੇਤਿਕ ਦੂਰੀ, ਰਾਏ ਭੋਏ ਤਲਵੰਡੀ ਨਗਰ ਤੋਂ ਬਾਹਰ ਆ ਕੁਝ ਕੁ ਦੂਰੀ ਤੇ, ਕਾਲੂ ਦੀ ਤਹ ਸਿੱਖ ਮਨ ਪੂਰੀ। ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤੀਆਂ ਸਿੱਖਿਆ ਦਿੰਦੇ, ਪੁੱਤਰ ਵੇਖ ਸੌਦਾ ਕਰਨ ਚੱਲਿਆ ਵਪਾਰ, ਹੁਣ ਨਾ ਕੋਈ ਨੁਕਸਾਨ ਕਰੀ, ਬੜੀਆਂ ਸਿੱਖਿਆ ਦੇ ਰਹੇ ਹਨ। ਬਾਹਰ ਹਟਿਓ ਕਰ ਮੋਹ ਕਨੇਰਾ, ਫਿਰ ਮਨ ਵਿੱਚ ਬਹੁਤਾ ਮੋਹ ਪ੍ਰੇਮ ਜਿਹਾ ਕਰਕੇ ਦੇ ਪਿਛਾਂ ਨੂੰ ਮੁੜਿਆ। ਬਾਰ ਬਾਰ ਪਾਸ਼ਲ ਦਿਸ ਹੇਰਾ, ਮੁੜ ਮੁੜ ਕੇ ਪਿਛਲੀ ਤਰਫ ਵੇਖਦੇ ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਜੀ ਸਾਡੇ ਤੋਂ ਅੱਜ ਥੋੜਾ ਦੂਰ ਹੋ ਰਹੇ ਹੈ, ਵਪਾਰ ਵਾਸਤੇ ਚੱਲੇ ਹੈ। ਮੋਹ ਪ੍ਰੇਮ ਵਿੱਚ ਆ ਕੇ ਬਾਰ-ਬਾਰ ਦੇਖਦੇ ਗੁਰੂ ਨਾਨਕ ਸਾਹਿਬ ਜੀ ਨੂੰ। ਮੰਦ ਮੰਦ ਪਗ ਧਰ ਗੁਣ ਮੰਦਰ, ਇਹ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਾਰੀ ਕਥਾ ਸੁਣਾ ਰਹੇ, ਕਹਿੰਦੇ ਸੱਚੇ ਪਾਤਸ਼ਾਹ ਜੀ ਗੁਣਾਂ ਦੇ ਮੰਦਰ ਗੁਰੂ ਨਾਨਕ ਸਾਹਿਬ ਜੀ ਧਰਤੀ ਉੱਪਰ ਹੌਲੀ ਹੌਲੀ ਆਪਣਾ ਚਰਨ ਰੱਖਦੇ ਐ। ਚਲਤ ਪੰਥ ਭਾਖਤ ਬਚ ਸੁੰਦਰ, ਰਸਤੇ ਵਿੱਚ ਚੱਲਦਿਆਂ ਸੁੰਦਰ ਜਿਹੜੇ ਬਚਨ ਹੈ ਉਹ ਕਹਿੰਦੇ ਹੈ, ਸੁਣਾਉਂਦੇ ਹੈ। ਭਗਤ ਵਿਰਾਗ ਗਿਆਨ ਗੁਣ ਸਾਨੀ, ਐਸੇ ਸੁੰਦਰ ਬਚਨ ਰਸਤੇ ਵਿੱਚ ਜਾਂਦਿਆਂ ਗੁਰੂ ਜੀ ਕਹਿ ਰਹੇ ਸੀ, ਜੋ ਭਗਤੀ ਵਿੱਚ ਮਿਲੇ ਹੋਏ ਹੈ, ਵਿਰਾਗ ਵਿੱਚ ਮਿਲੇ ਹੋਏ, ਗਿਆਨ ਵਿੱਚ ਮਿਲੇ ਹੋਏ ਹੈ, ਗੁਣਾਂ ਵਿੱਚ ਮਿਲੇ ਹੋਏ ਬਚਨ। ਮੁਝ ਉਪਦੇਸ਼ਨ ਕਹਿਤ ਕਹਾਣੀ, ਮੈਨੂੰ ਉਪਦੇਸ਼ ਦੇਣ ਵਾਸਤੇ ਇਵੇਂ ਕਥਾ ਕਹਾਣੀ ਉਹ ਮਹਾਨ ਬਚਨ ਕਹਿੰਦੇ ਹੈ। ਗ੍ਰਾਮ ਨਗਰ ਮਾਰਗ ਮਹਿ ਜੇਤੇ, ਰਸਤੇ ਵਿੱਚ ਜਾਂਦਿਆਂ ਜਿੰਨੇ ਵੀ ਆ ਛੋਟੇ ਵੱਡੇ ਨਗਰ ਆਏ ਹੈ, ਸਹਿਜ ਸਹਿਜ ਉਲੰਘੇ ਸਭ ਤੇਤੇ। ਮਹਾਰਾਜ ਜੀ ਉਸਾਂ ਨੇ ਐਵੇਂ ਹੌਲੀ ਹੌਲੀ ਸਹਿਜੇ ਸਹਿਜ ਉਹ ਸਾਰੇ ਲੰਘ ਲਏ। ਚਲਤ ਚਲਤ ਆਇਓ ਇੱਕ ਕਾਨਨ, ਚਲਦਿਆਂ ਚਲਦਿਆਂ ਰਸਤੇ ਵਿੱਚ ਇੱਕ ਜੰਗਲ ਆਇਆ, ਤਾਹੇ ਬਿਲੋਕਤ ਸ਼੍ਰੀ ਕਮਲਾਲਨ, ਜੋ ਸੋਭਾ ਵਾਲੇ ਕਮਲ ਮੁਖ ਵਰਗੇ ਗੁਰੂ ਨਾਨਕ ਕਮਲ ਵਰਗੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਉਸ ਜੰਗਲ ਨੂੰ ਐਵੇਂ ਦੇਖਣ ਲੱਗੇ। ਉੱਥੇ ਸੁੰਦਰ ਆਸ਼ਰਮ ਏਕ ਨਿਹਾਰੀ, ਸੁੰਦਰ ਉੱਥੇ ਇੱਕ ਟਿਕਾਣਾ ਆਸ਼ਰਮ ਆ ਸੰਤਾਂ ਮਹੰਤਾਂ ਦਾ ਦੇਖਿਆ। ਜਹ ਤਪੀਸ਼ ਤਪ ਤਪ ਹੈ ਭਾਰੀ, ਜਿਸ ਆਸ਼ਰਮ ਵਿੱਚ ਜਿੱਥੇ ਆ ਤਪੀਆਂ ਦੇ ਈਸ਼ ਰਾਜੇ ਵੱਡੇ ਤਪੀਸ਼ਰ ਭਾਰੀ ਤਪ ਨੂੰ ਤਪਾ ਰਹੇ ਸਨ, ਤਪ ਕਰ ਰਹੇ ਸਨ। ਇਹ ਆਸਨ ਕੀ ਊਰਦ ਬਾਹੂ, ਆ ਕਿਸੇ ਨੇ ਉਸ ਸੰਤ ਨੇ ਆਸਣ ਜਾਂ ਲਾਇਆ ਲਾਉਣਾ ਕੀਤਾ ਹੈ ਤੇ ਉੱਚੀਆਂ ਜਿਹੜੀਆਂ ਬਾਹਾਂ ਤਾਂ ਨੂੰ ਖੜੀਆਂ ਕੀਤੀਆਂ ਹੋਈਆਂ ਹੈ। ਬਿਟਪਨ ਲਟਕਤ ਕੋ ਉਲਟਾ ਹੋ, ਕੋਈ ਸੰਤ ਜਿਹੜਾ ਹੈ ਉਹ ਉਲਟਾ ਦਰਖਤ ਨਾਲ ਲਟਕਿਆ ਹੋਇਆ ਹੈ। ਇੱਕ ਚਰਨ ਪਰ ਕੋ ਇੱਕ ਠਾਂਡੇ, ਕੋਈ ਇੱਕ ਜਾਣਾ ਜਿਹੜਾ ਹੈ ਇੱਕ ਤੇ ਉਹ ਸੰਤ ਜਿਹੜੇ ਇੱਕ ਚਰਨ ਤੇ ਆ ਇੱਕ ਲੱਤ ਭਾਰੀ ਖੜੇ ਹੈ। ਸੁਖ ਪਰਲੋਕ ਜਿਨ ਹੈ ਰੁਚ ਬਾਡੇ, ਜਿਹੜੇ ਵੀ ਪਰਲੋਕ ਵਿੱਚ ਸੁਖ ਹੋਵੇ, ਜਿਨ੍ਹਾਂ ਦੀ ਰੁਚੀ ਤਪ ਵਿੱਚ ਬਹੁਤ ਹੀ ਜ਼ਿਆਦਾ ਹੀ ਵੱਧ ਰਹੀ ਹੈ। ਕਾਹੋਂ ਸਦਾਸਨ ਕੋ ਪਦਮਾਸਨ, ਕੋਈ ਤੇ ਜਿਹੜਾ ਸਿੱਧ ਆਸਣ ਲਾ ਕੇ ਬੈਠਾ ਹੈ। ਸਿੱਧ ਆਸਣ ਵੀ ਜਿਹੜਾ ਖੱਬੇ ਪੈਰ ਦੀ ਜਿਹੜੀ ਅੱਡੀ ਹੈ ਮਲ ਤਿਆਗ ਵਾਲੇ ਸਥਾਨ ਦੇ ਵਿਚਕਾਰ ਦੇਣੀ, ਫਿਰ ਜਿਹੜੀ ਸੱਜੇ ਪੈਰ ਦੀ ਅੱਡੀ ਹੈ ਉਵੇਂ ਲਿੰਗ ਦੇ ਉੱਪਰ ਕਰ ਲੈਣੀ, ਗਿੱਚੀ ਸਿੱਧੀ ਰੱਖਣੀ, ਐ ਸਿੱਧਾ ਸਰੀਰ ਨੂੰ ਕੱਸ ਕੇ ਰੱਖਣਾ, ਇਹ ਹੈ ਸਿੱਧ ਆਸਣ। ਪਦਮ ਆਸਣ ਜਿਵੇਂ ਕਮਲ ਫੁੱਲ ਹੁੰਦਾ, ਕਮਲ ਵਾਂਗ ਆਸਣ ਕਰਨਾ। ਜਿਹੜਾ ਖੱਬਾ ਪੈਰ ਸੱਜੇ ਪੱਟ ਤੇ
ਸੱਜਾ ਪੈਰ ਖੱਬੇ ਪੱਟ 'ਤੇ ਰੱਖ ਲੈਣਾ ਤੇ ਸਰੀਰ ਨੂੰ ਐ ਸਿੱਧਾ ਰੀੜ੍ਹ ਦੀ ਹੱਡੀ ਕਰਕੇ ਜਿਹੜਾ ਆਸਣ ਲਾਉਣਾ, ਉਹ ਪਦਮ ਆਸਣ ਹੁੰਦਾ ਹੈ। ਮਹਾਰਾਜ ਆ ਕਿਸੇ ਸੰਤ ਨੇ ਸਿੱਧ ਆਸਣ ਲਾਇਆ ਹੋਇਆ ਹੈ, ਕਿਸੇ ਨੇ ਪਦਮ ਆਸਣ ਲਾਇਆ ਹੋਇਆ ਹੈ। ਬਾਰ ਪਾਨ ਕੋ ਰਹਿਤ ਬਿਨਾਸਨਾ, ਪਾਣੀ ਪੀ ਕੇ ਕਈ ਗੁਜ਼ਾਰਾ ਕਰਦੇ ਹੈ, ਬਿਨਾਸਨ ਬਿਨਾ ਭੋਜਨ ਤੋਂ ਨਿਰਾਹਾਰ ਹੀ ਰਹਿ ਗਏ, ਪਾਣੀ ਪੀ ਕੇ ਗੁਜ਼ਾਰਾ ਕਰਦੇ ਕੋਈ ਇੱਕ। ਸੁਵੇਤ ਰੰਗ ਲਾਗੀ ਭਸ ਸੰਗ ਮੰਗਾ, ਚਿੱਟੇ ਰੰਗ ਦੀ ਜਿਹੜੀ ਭਸਮ ਹੈ ਉਹ ਸਾਰਿਆਂ ਅੰਗਾਂ 'ਤੇ ਲਾਈ ਹੋਈ ਹੈ। ਜਟਾ ਸੀਸ ਜਿਨ ਧੂਸਰ ਰੰਗਾ, ਜੜਾਵਾਂ ਜਿਹੜੀਆਂ ਸੀਸ ਦੇ ਉੱਪਰ ਜਿਨ੍ਹਾਂ ਦੀਆਂ ਇਵੇਂ ਮਿੱਟੀ ਰੰਗੀਆਂ ਹੋਈਆਂ ਪਈਆਂ ਹਨ। ਕਿਨ ਬਲ ਕਲ ਲੀਏ ਕੋ ਅੰਗ ਨੰਗਾ, ਕਿਸੇ ਨੇ ਤੇ ਆ ਬਲਕਲ ਜਿਹੜਾ ਹੈ ਉਸ ਨੂੰ ਲਿਆ ਹੋਇਆ ਹੈ, ਤੇ ਕਿਸੇ ਕੋਈ ਜਿਹੜਾ ਹੈ ਨੰਗ ਮਲੰਗ ਇਵੇਂ ਹੀ ਹੈ। ਕਿਸੇ ਨੇ ਤੇ ਆ ਭੋਜਨ ਜਿਹੜੇ ਪੱਤਰੇ ਹੁੰਦੇ ਉਹਨਾਂ ਨਾਲ ਸਰੀਰ ਢੱਕਿਆ ਹੋਇਆ। ਕਈ ਸੰਤ ਜਿਹੜੇ ਨੰਗ ਧੜੰਗ ਦਿਗੰਬਰੀ ਸਾਧੂ ਹਨ। ਅਗਨ ਓਸ਼ਨ ਸੋ ਕੋਏ ਉਮੰਗਾ, ਕਿਸੇ ਨੇ ਤੇ ਅੱਗ ਜਿਹੜੀ ਹੈ ਬੜੇ ਚਾਅ ਨਾਲ ਬਾਲੀ ਹੋਈ ਹੈ। ਅੱਗ ਦਾ ਜਿਹੜਾ ਸੇਕ ਹੈ ਉਹ ਉਤਸ਼ਾਹ ਖੁਸ਼ੀ ਨਾਲ ਸੇਕ ਰਿਹਾ ਹੈ, ਧੂਣੀ ਦਿਖਾ ਰਿਹਾ ਹੈ। ਕੋ ਬੈਠ ਹੈ ਜਲ ਕੰਠ ਪਰਮਾਨਾ, ਕੋਈ ਜਿਹੜਾ ਸੇ ਬੈਠਾ ਹੈ ਜਲ ਦੇ ਵਿੱਚ, ਗਿੱਚੀ ਤੱਕ ਜਿਹੜਾ ਜਲ ਆਇਆ ਹੋਇਆ ਹੈ। ਸਿਮਰ ਇਕਾਕੀ ਕੋ ਭਗਵਾਨਾ, ਕੋਈ ਜਿਹੜਾ ਗਿੱਚੀ ਤੱਕ ਜਲ ਵਿੱਚ ਖੜਾ ਹੈ, ਬੈਠਾ ਤਪ ਕਰ ਰਿਹਾ ਹੈ। ਸਿਮਰ ਇਕਾਂਕੀ ਕੋ ਭਗਵਾਨਾ, ਕੋਈ ਉਸ ਭਗਵਾਨ ਪਰਮੇਸ਼ਰ ਨੂੰ ਇਕਾਂਤ ਬਹਿ ਕੇ ਸਿਮਰ ਕਰ ਰਿਹਾ ਸੀ। ਕੋ ਠਾਂਡੋ ਦਿਨ ਰਹਿਣ ਬਿਤਾਵੇ, ਕੋਈ ਤੇ ਇੱਕ ਥਾਂ ਖੜਾ ਰਾਤ ਦਿਨੀ ਲੰਘਾ ਰਿਹਾ ਹੈ। ਕੋ ਮੋਨੀ ਨਹ ਬਚਨ ਅਲਾਵੇ, ਕਿਸੇ ਨੇ ਤੇ ਮੌਨ ਧਾਰਨ ਕੀਤਾ, ਚੁੱਪ ਧਾਰਨ ਕੀਤੀ, ਬਚਨ ਹੀ ਨਹੀਂ ਮੁਖੋਂ ਕਹਿੰਦੇ। ਕੋ ਨਿਜ ਬ੍ਰਿਤ ਨਿਰੋਧਨ ਕਰਹੀ, ਕੋਈ ਆਪਣੀ ਬਿਰਤੀ ਨੂੰ ਇਵੇਂ ਬਾਹਰੀ ਵਿਸ਼ਿਆਂ ਤੋਂ ਰੋਕਣਾ ਕਰ ਰਿਹਾ ਹੈ, ਸਾਰੀਆਂ ਬਿਰਤੀਆਂ ਨੂੰ ਅੰਦਰ ਸਮੇਟਿਆ ਹੈ। ਸੁਖ ਜੋ ਸੁਰਗ ਤ੍ਰਿਣ ਸਮ ਪਰ ਹਰਹੀ, ਕੋਈ ਜਿਹੜਾ ਹੈ ਆ ਜਿਹੜੇ ਸਵਰਗ ਦੇ ਸੁੱਖ ਹੈ ਉਹਨੂੰ ਆ ਕੱਖ ਜਿਹੜਾ ਨਿਕੰਮਾ ਹੁੰਦਾ ਇਹਦੇ ਸਮਾਨ ਹੀ ਤਿਆਗ ਰਹੇ ਹੈ। ਕੋ ਮਿਲ ਕਰ ਹਰ ਕਥਾ ਰਸਾਲਾ, ਕੋਈ ਮਿਲ ਕਰਕੇ ਤੇ ਜਿਹੜੀ ਹਰੀ ਪਰਮੇਸ਼ਰ ਦੀ ਕਥਾ ਬੜੀ ਸੁੰਦਰ ਰਸਾਂ ਦਾ ਘਰ ਰਸੀਲੀ ਹੈ ਉਸ ਨੂੰ ਕਰ ਰਿਹਾ ਹੈ। ਪੜ੍ਹੈ ਸੁਨਹਿ ਧਰ ਪ੍ਰੇਮ ਵਿਸਾਲਾ, ਕੋਈ ਜਿਹੜਾ ਬਹੁਤਾ ਪ੍ਰੇਮ ਧਰ ਕੇ ਪੜ ਰਿਹਾ ਹੈ, ਕੋਈ ਬਹੁਤਾ ਪ੍ਰੇਮ ਧਰ ਕੇ ਸੁਣ ਰਿਹਾ ਕਥਾ। ਸਭ ਕੋ ਇੱਕ ਮਹੰਤ ਸੋ ਕੈਸਾ, ਸਾਰੇ ਇਹ ਜਿਹੜੇ ਸੰਤ ਮਹੰਤ ਸਾਧੂ ਹੈ ਉਹਨਾਂ ਸਾਰਿਆਂ ਸੰਤਾਂ ਦਾ ਜਿਹੜਾ ਇੱਕ ਮਹੰਤ ਹੈ ਮੁਖੀ, ਉਹ ਕੈਸਾ ਹੈ। ਮਨਹ ਸਰੀਰ ਧਰ ਤਪ ਬੈਸਾ, ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਉਹ ਤੇ ਸੰਤ ਮਹੰਤ ਐਸਾ ਸ਼੍ਰੀ ਮੰਤ ਕਿ ਜਿਹੜਾ ਤਪ ਹੈ, ਤਪ ਨੇ ਮਨ ਨੂੰ ਸਰੀਰ ਧਾਰਨ ਕੀਤਾ ਹੋਇਆ ਹੈ। ਇੱਕ ਤੇ ਹੈ ਨਾ ਸਰੀਰ ਧਾਰ ਕੇ ਤੇ ਤਪ ਕਰਨਾ, ਜਿਹੜੇ ਸ੍ਰੀ ਮਹੰਤ ਹੈ ਸ਼੍ਰੋਮਣੀ ਮਹੰਤ ਸੰਤ ਉਹ ਤੇ ਮਾਨੋ ਐਸੇ ਹੈ ਜਿਵੇਂ ਆ ਤਪ ਨੇ ਸਰੀਰ ਧਾਰਨ ਕੀਤਾ ਹੈ। ਤਰ ਤੁਵਕ ਕੀ ਕਟ ਕੀਨ ਕੁਪੀਨਾ, ਵੀ ਜਿਨ੍ਹਾਂ ਨੇ ਆ ਤਪ ਦਾ ਹੀ ਜਿਹੜਾ ਸਰੀਰ ਧਾਰਨ ਕੇ ਬੈਠੇ ਹੋਏ, ਤਰ ਤਵਕ ਕੀ ਕਟ ਕੀਨ ਕੁਪੀਨਾ, ਜਿਨ੍ਹਾਂ ਨੇ ਆ ਰੁੱਖ ਦੇ ਜਿਹੜੇ ਆ ਰੁੱਖ ਦੀ ਛੱਲੜ ਜੀ ਦੇ ਨਾਲ ਆਪਣੇ ਲੱਕ ਨੂੰ ਆ ਲੰਗੋਟੀ ਜੀ ਬੰਨੀ ਹੋਈ ਹੈ। ਮ੍ਰਿਗਸ਼ਾਲਾ ਪਰ ਆਸਨ ਕੀਨਾ, ਮ੍ਰਿਗਸ਼ਾਲਾ ਮਿਰਗ ਦੀ ਜਿਹੜੀ ਹਿਰਨ ਦੀ ਜਿਹੜੀ ਚਮੜੀ ਹੈ ਉਸ ਦੀ ਆਸਣ ਕੀਤਾ, ਉਸ ਉੱਪਰ ਬਿਰਾਜਮਾਨ ਹੈ। ਭਾਰੀ ਜਟਾ ਮੁਕਟ ਜਿਹ ਸੀਸਾ, ਭਾਰੀ ਜਿਨ੍ਹਾਂ ਦੇ ਸੀਸ ਉੱਪਰ
ਜਟਾਵਾਂ ਹੈ, ਐਸੀਆਂ ਜਟਾਵਾਂ ਮਾਨੋ ਜਟਾਵਾਂ ਦਾ ਤੇ ਮੁਕਟ ਹੀ ਰੱਖਿਆ ਸੀਸ ਉੱਪਰ। ਬੈਠਿਓ ਹਿਰਦੈ ਭਜਤ ਜਗਦੀਸ਼ਾ। ਬੈਠੇ ਹੋਏ ਐ ਹਿਰਦੇ ਵਿੱਚ ਜਗਤ ਦੇ ਮਾਲਕ ਪਰਮੇਸ਼ਰ ਨੂੰ ਭਜ ਰਹੇ, ਸਿਮਰ ਉਹਦਾ ਕਰਨ ਰਹੇ ਹੈ। ਤਿਨ ਹੈ ਬਿਲੋਕ ਠਾਂਡ ਹੋਏ ਰਹੇ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਗੁਰੂ ਅੰਗਦ ਦੇਵ ਜੀ ਉਹਨਾਂ ਐਸੇ ਸੰਤ ਸ਼੍ਰੀ ਮਹੰਤ ਨੂੰ ਦੇਖ ਕੇ ਸਤਿਗੁਰੂ ਜੀ ਤੇ ਉੱਥੇ ਖੜੇ ਹੋ ਰਹੇ। ਮੁਝ ਸੋ ਅਸ ਬਚ ਕੋਮਲ ਕਹੇ। ਮੇਰੇ ਨਾਲ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਐਸੇ ਕੋਮਲ ਮਿੱਠੇ ਬਚਨ ਕਹੇ। ਬਨਜ ਭਲੋ ਹਮ ਏਠਾ ਪਾਇਓ। ਭਾਈ ਇਹ ਵੀ ਭਾਈ ਬਾਲਾ ਇਹ ਜਿਹੜਾ ਸੱਚਾ ਸੌਦਾ ਖਰਾ ਨਫੇ ਦਾ ਵਣਜ ਵਪਾਰ ਹੈ, ਅਸਾਂ ਨੇ ਤੇ ਵੀ ਇਹ ਥਾਂ ਤੇ ਪਾ ਲਿਆ ਹੈ। ਜਾਂ ਕੋ ਤਜਨੋ ਮਨ ਨਹਿ ਪਾਇਓ। ਇਹ ਲਾਭ ਵਾਲੇ ਵਣਜ ਵਪਾਰ ਸੌਦੇ ਖਰੇ ਨੂੰ ਛੱਡ ਕੇ ਸਾਡੇ ਤੇ ਮਨ ਨੂੰ ਹੋਰ ਨਹੀਂ ਕੁਝ ਭਾਉਂਦਾ ਵੀ ਹੋਰ ਕਿਤੇ ਸੌਦਾ ਕਰੀਏ। ਇਸ ਨੂੰ ਛੱਡਣਾ ਸਾਡੇ ਮਨ ਨੂੰ ਭਾਉਂਦਾ ਨਹੀਂ ਹੈ। ਭਾਈ ਬਾਲਾ ਜੀ ਪਾਏ ਅਮੋਲ ਜੋ ਮਗ ਮਹਿ ਹੀਰਾ। ਹੇ ਭਾਈ ਬਾਲਾ ਜਿਹੜਾ ਕੋਈ ਅਮੋਲਕ ਰਸਤੇ ਵਿੱਚ ਜਾਂਦਿਆਂ ਹੀਰੇ ਨੂੰ ਪਾ ਲਵੇ। ਫਟਕ ਨਾ ਬਨ ਜਹ ਜੇ ਮਤ ਧੀਰਾ। ਜਿਹੜਾ ਮਤ ਦਾ ਬੁੱਧੀ ਵਾਲਾ ਹੈ ਉਹ ਕੱਚ ਦਾ ਵਪਾਰ ਨਹੀਂ ਫਿਰ ਕਰਦਾ ਹੈ। ਜਿਹਨੂੰ ਰਸਤੇ ਵਿੱਚ ਜਾਂਦਿਆਂ ਹੀਰਾ ਮਿਲ ਜਾਵੇ ਉਹ ਕੱਚ ਦਾ ਖਰੀਦਦਾਰ ਨਹੀਂ ਬਣਦਾ ਵਪਾਰੀ। ਹੋਇਤ ਮਦ ਪਯੂਖ ਕਰ ਆਈ। ਭਾਈ ਬਾਲਾ ਜੀ ਜੇ ਕੋਈ ਆ ਸ਼ਹਿਦ ਨੂੰ ਲੱਭਦਾ ਫਿਰੇ ਤੇ ਉਹਦੇ ਹੱਥ ਵਿੱਚ ਅੰਮ੍ਰਿਤ ਆ ਜੇ। ਜੋ ਜਾਣਹਿ ਨਿਜ ਭਾਗ ਭਲਾਈ। ਉਹ ਸੋ ਜਨ ਹੈ, ਉਹ ਇਹ ਜਾਣੇ ਵੀ ਮੇਰੇ ਭਾਗ ਚੰਗੇ ਆ। ਮੈਂ ਤੇ ਸ਼ਹਿਦ ਲੈਣ ਨਿਕਲਿਆ ਸੀ ਤੇ ਮੈਨੂੰ ਤੇ ਆ ਅੰਮ੍ਰਿਤ ਮਿਲ ਗਿਆ ਹੈ। ਮੈਂ ਤੇ ਜਿਵੇਂ ਕੱਚ ਖਰੀਦਣ ਜਾ ਰਿਹਾ ਸੀ, ਮੈਨੂੰ ਹੀਰਾ ਮਿਲ ਗਿਆ ਹੈ। ਉਹ ਆਪਣੇ ਚੰਗੇ ਭਾਗ ਜਾਣੇ। ਬਹਰ ਪਿਤਾ ਕੀ ਆਗਿਆ ਜੋ। ਮੁੜ ਫਿਰ ਪੁਨः ਜਿਹੜੇ ਪਿਤਾ ਜੀ ਦੀ ਆਗਿਆ ਵੀ ਹੈ ਇਹੋ ਜੀ। ਭਲੋ ਬਨਜ ਕਰਨੇ ਕੀ ਸੋ। ਜੋ ਪਿਤਾ ਜੀ ਦੀ ਆਗਿਆ ਉਹ ਵੀ ਇਹੀ ਹੈ ਕਿ ਪੁੱਤਰ ਜੀ ਜਿਹੜਾ ਚੰਗਾ ਸੌਦਾ ਖਰਾ ਸੌਦਾ ਹੈ, ਨਫੇ ਵਾਲਾ ਲਾਭਦਾਇਕ ਸੌਦਾ ਉਹ ਤੁਸਾਂ ਨੇ ਕਰਨਾ ਹੈ। ਜਾਂ ਤੇ ਬਨਜ ਲਾਭਦਾ ਔਰਨਾ। ਭਾਈ ਬਾਲਾ ਜੀ ਮੈਸੀ ਕਹਿੰਦੇ ਆ ਇਸ ਤੋਂ ਲਾਭਦਾਇਕ ਨਫੇ ਵਾਲਾ ਹੋਰ ਤੇ ਕੋਈ ਐਸਾ ਵਣਜ ਵਪਾਰ ਹੈ ਨਹੀਂ ਹੈ। ਫਿਰ ਦੇਖੋ ਜੇ ਸਭ ਹੀ ਠੋਰਨਾ। ਇਸ ਤੋਂ ਉੱਪਰ ਤੇ ਲਾਭ ਦੇਣ ਵਾਲਾ ਹੋਰ ਕੋਈ ਸੌਦਾ ਹੋਰ ਹੈ ਨਹੀਂ ਹੈ। ਇਹ ਭਾਈ ਬਾਲਾ ਸਾਰੇ ਥਾਵਾਂ ਤੇ ਤੁਰ ਫਿਰ ਕੇ ਵੀ ਵੇਖ ਲਏ ਤੇ ਇਹੋ ਜਿਹਾ ਲਾਭ ਨਹੀਂ ਕਦੇ ਹੋਣਾ। ਫਿਰ ਦੇਖੋ ਜੇ ਸਭ ਹੀ ਠੋਰਨਾ। ਜੇ ਸਾਰਿਆਂ ਥਾਵਾਂ ਤੇ ਜਾਂ ਫਿਰ ਤੁਰ ਕੇ ਵੇਖ ਲਈਏ ਤਾਂ ਵੀ ਇਹ ਲਾਭਦਾਇਕ ਸੌਦਾ ਸਾਨੂੰ ਮਿਲਣਾ ਨੀਗਾ। ਇਹ ਰਜਤ ਪਾਨਾ ਇਨਹਿ ਚੜਾਵਹਿ। ਇਸ ਕਰਕੇ ਜਿਹੜੇ ਪਿਤਾ ਜੀ ਨੇ 20 ਰੁਪਏ ਦਿੱਤੇ ਹੋਏ ਇਹਨਾਂ ਦੇ ਅੱਗੇ ਚੜਾ ਦਈਏ। ਅਸਨ ਬਸਨ ਤੇ ਲੈ ਸੁਖ ਪਾਵਹਿ। ਜਿਸ ਕਰਕੇ ਉਹ ਭੋਜਨ ਲੈ ਕੇ ਵਸਤਰ ਲੈ ਕੇ ਸੁਖ ਪਾਉਣਗੇ। ਅਸ ਸੁਨ ਕਰ ਬਚ ਬੇਦੀ ਬਰਕੇ। ਜੋ ਬੇਦੀਆਂ ਦੀ ਕੁਲ ਦੇ ਸ੍ਰੇਸ਼ਟ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਉਹਨਾਂ ਦੇ ਬਚਨ ਸੁਣ ਕੇ ਮੈਂ ਭਾਈ ਬਾਲਾ ਮੈਂ ਬੋਲਿਓ ਕਾਲੂ ਦਿਸ਼ ਡਰ ਕੈ। ਗੁਰੂ ਅੰਗਦ ਦੇਵ ਮਹਾਰਾਜ ਜੀ ਫਿਰ ਸਤਿਗੁਰਾਂ ਦੇ ਇਹੋ ਜਿਹੇ ਬਚਨ ਸੁਣ ਕੇ ਮੈਂ ਬੋਲਿਆ ਬਾਬਾ ਕਾਲੂ ਜੀ ਦੇ ਆ ਤਰਫ ਦਾ ਡਰ ਜਾ ਰੱਖ ਕੇ ਮੰਨ ਕੇ। ਬਨ ਕਨ ਜਿਉ ਬਨ ਜਨ ਤਨ ਹੇਤੂ। ਇਹ ਵੀ ਗੁਰੂ ਨਾਨਕ ਸਾਹਿਬ ਜੀ ਜਿਵੇਂ ਕੋਈ ਬਾਣੀਆਂ ਨੂੰ ਧਨ ਦੇ ਕੇ ਦਿੱਤਾ ਜਾਂਦਾ ਤੇ ਉਹ ਵਣਜ ਵਪਾਰ ਕਰਦਾ ਨਾ ਲਾਹੇ ਦਾ, ਉਹ ਬਾਣੀਏ ਵਾਂਗ ਹੀ ਵਪਾਰ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ ਮਾਇਆ ਪਿਤਾ ਜੀ ਨੇ। ਤੁਮ ਕੋ ਭੇਜਿਓ ਕਿਰਪਾ ਨਿਕੇਤੂ। ਤੇ ਕਿਰਪਾ ਦੇ ਘਰ ਸਤਿਗੁਰੂ ਜੀ ਤੁਹਾਨੂੰ ਵਪਾਰ ਕਰਨ ਵਾਸਤੇ 20 ਰੁਪਏ ਦੇ ਕੇ ਭੇਜਿਆ, ਜਿਵੇਂ ਕੋਈ ਬਾਣੀਆਂ ਚੰਗਾ ਵਪਾਰ ਕਰਦਾ ਹੈ। ਤੁਮ ਪੁਨ ਤੁਮ ਜਨਕ ਹੈ ਕਠਨ ਸੁਭਾਉ। ਬਾਕੀ ਤੁਹਾਨੂੰ ਆਪਣੇ
ਪਿਤਾ ਜੀ ਦਾ ਪਤਾ ਹੀ ਹੈ ਕਿ ਉਹਨਾਂ ਦਾ ਜਿਹੜਾ ਕਠੋਰ ਸਖਤ ਜਿਹਾ ਸੁਭਾਅ ਹੈ। ਗੁਨਾਹ ਆਪ ਮੁਝ ਦੋਸ਼ ਨਾ ਕਾਊ। ਇਸ ਕਰਕੇ ਮਹਾਰਾਜ ਤੁਸੀਂ ਆਪ ਹੀ ਵਿਚਾਰ ਲਓ ਕੀ ਕਰਨਾ ਹੈ, ਬਾਅਦ ਵਿੱਚ ਮੈਨੂੰ ਕੋਈ ਦੋਸ਼ ਨਾ ਲੱਗੇ। ਪਿਤਾ ਪੁੱਤਰ ਕਰ ਲਿਓ ਨਿਬੇਰੋ। ਤੁਹਾਡੇ ਉਹ ਪਿਤਾ ਜੀ ਹੈ, ਤੁਸੀਂ ਉਹਨਾਂ ਦੇ ਪੁੱਤਰ ਹੋ, ਐਵੇਂ ਆਪਣਾ ਜਿਹੜਾ ਕੋਈ ਝਗੜੇ ਦਾ ਨਿਬੇੜਾ ਆਪ ਹੀ ਕਰ ਲਿਓ। ਮੈਂ ਹੋ ਦਾਸ ਨਾ ਕਰਹਿ ਸੋ ਚੇਰੋ। ਮੈਂ ਤੇ ਆਪ ਜੀ ਦਾ ਦਾਸ ਹਾਂ, ਮੈਂ ਤੇ ਆਪ ਜੀ ਨਾਲ ਕੋਈ ਝਗੜਾ ਝਮੇਲਾ ਨਹੀਂ ਕਰਦਾ। ਪਿਤਾ ਤੁਹਾਡੇ ਕਠੋਰ ਸੁਭਾਅ ਦੇ, ਉਹ ਕੋਈ ਝਗੜਾ ਕਰਨ ਦੇ ਸੱਚੇ ਪਾਤਸ਼ਾਹ ਜੀ ਤੁਸਾਂ ਨੇ ਆਪ ਹੀ ਸੰਭਾਲਣਾ। ਫਿਰ ਜੋ ਮਨ ਆਏ ਕਰੋ ਤਿਉ ਕਾਰਾ। ਬਾਕੀ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਮਨ ਵਿੱਚ ਆਉਂਦੀ ਉਹ ਜਿਹਾ ਤੁਸੀਂ ਕੰਮ ਕਾਰਜਾ ਕਰ ਲਈਏ। ਹਾਂ ਤਾਂ ਨਿਤ ਰਾਵਰ ਅਨਸਾਰਾ। ਮੈਂ ਤਾਂ ਸੱਚੇ ਪਾਤਸ਼ਾਹ ਤੁਹਾਡੇ ਸਦਾ ਹੀ ਅਨਸਾਰੀ ਰਿਹਾ ਹਾਂ। ਖੇਲਤ ਜਬੈ ਬਾਲਕਨ ਮਾਹੀ। ਜਦੋਂ ਆ ਬੱਚਿਆਂ ਵਿੱਚ ਵੀ ਖੇਡਦੇ ਸਾਂ ਤੁਹਾਡੇ ਨਾਲ, ਤਬ ਹੀ ਸੰਗ ਤਜਿਓ ਮੈਂ ਨਾਹੀ। ਤਾਂ ਵੀ ਮਹਾਰਾਜ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਸੰਗ ਸਾਥ ਨਹੀਂ ਸੀ ਛੱਡਿਆ। ਜਿਉ ਜਿਉ ਮੁਝ ਕੋ ਦੇਤ ਰਜਾਈ। ਉਸ ਸਮੇਂ ਵੀ ਜਿਉਂ-ਜਿਉਂ ਤੁਸੀਂ ਮੈਨੂੰ ਆਗਿਆ ਦਿੰਦੇ ਹੁੰਦੇ ਸੀ, ਤਿਉ ਤਿਉ ਕਰੋ ਸਦਾ ਸੁਖ ਪਾਈ। ਤਿਵੇਂ ਮਹਾਰਾਜ ਮੈਂ ਕਰਦਾ ਹੁੰਦਾ ਸੀ ਤੇ ਸੁਖ ਪਾਉਂਦਾ ਸੀ। ਹੁਣ ਵੀ ਜਿਵੇਂ ਜਿਵੇਂ ਤੁਸੀਂ ਆਗਿਆ ਦਿਓਗੇ ਤਿਵੇਂ ਮੈਂ ਕਰਾਂਗਾ ਤੇ ਸੁਖ ਪਾਵਾਂਗਾ। ਕਰਨੋ ਚਿਤ ਕਰੀਏ ਗੁਣ ਉਰ ਮੈਂ। ਬਾਕੀ ਮਹਾਰਾਜ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਲਈਏ, ਜੋ ਕਰਨੇ ਜੋਗੋ ਤੁਸੀਂ ਕਰ ਲਈਏ। ਅਸ ਕਹਿ ਮੈਂ ਦੀਨੋ ਤਨ ਕਰ ਮੈਂ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਇਸ ਤਰ੍ਹਾਂ ਮੈਂ ਕਹਿ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਹਸਤ ਕਮਲਾਂ ਵਿੱਚ ਉਹ 20 ਰੁਪਏ ਧਨ ਦੇ ਦਿੱਤਾ। ਕਰ ਮਹਿ ਲਿਓ ਕਾਰ ਖਿਕ ਤਬ ਹੀ। ਹੱਥਾਂ ਵਿੱਚ ਉਹ 20 ਰੁਪਏ ਲੈ ਕੇ ਤਦੋਂ ਹੀ ਗਏ ਮਹੰਤ ਸੰਤ ਜਹ ਸਭ ਹੀ। ਜਿੱਥੇ ਸਾਰੇ ਸਾਧੂ ਸੰਤ ਮਹੰਤ ਬੈਠੇ ਉਹਨਾਂ ਵਿੱਚ ਜਿਹੜੇ ਸ਼੍ਰੀਮੰਤ ਹੈ ਉਹਨਾਂ ਪਾਸ ਜਾ ਅਸੀਂ ਚਲੇ ਗਏ। ਕਰ ਬੰਧਨ ਤਿਨ ਕੇ ਟਿਗ ਬੈਸੇ। ਉਹਨਾਂ ਨੂੰ ਸੰਤਾਂ ਸ਼੍ਰੀ ਸੰਤ ਜੀ ਨੂੰ ਮੱਥਾ ਟੇਕ ਕੇ ਤੇ ਕੋਲ ਜੇ ਹੋ ਕੇ ਬੈਠ ਗਏ। ਕੁੰਭਜ ਨਿਕਟ ਰਘੂਤਮ ਜੈਸੇ। ਜਿਸ ਤਰ੍ਹਾਂ ਸ਼੍ਰੀ ਰਾਮ ਚੰਦਰ ਭਗਵਾਨ ਬਨਵਾਸ ਦੇ ਸਮੇਂ ਪੰਚਵਟੀ ਦੇ ਵਿੱਚ ਜਦੋਂ ਨਿਵਾਸ ਕੀਤਾ ਤੇ ਸਭ ਤੋਂ ਪਹਿਲਾਂ ਅਗਸਤ ਮੁਨੀ ਦੇ ਪਾਸ ਗਏ ਸੀ। ਜਿਸ ਅਗਸਤ ਮੁਨੀ ਨੇ ਆ 2.5 ਚੁਲੀਆਂ ਦੇ ਵਿੱਚ ਸਾਰਾ ਸਮੁੰਦਰ ਪੀੜਿਆ ਸੀ, ਉਸ ਮੁਨੀ ਦੇ ਕੋਲ ਜਦੋਂ ਸ਼੍ਰੀ ਰਾਮ ਚੰਦਰ ਭਗਵਾਨ ਬਨਵਾਸ ਦੇ ਗਏ ਹੈ ਸਭ ਤੋਂ ਪਹਿਲਾਂ ਅਗਸਤ ਮੁਨੀ ਪਾਸ ਜਾ ਬੈਠੇ ਸੀ। ਤਿਵੇਂ ਸਤਿਗੁਰੂ ਜੀ ਉਹ ਸ੍ਰੀ ਸੰਤ ਸਾਧੂਆਂ ਕੋਲ ਜਾ ਬੈਠੇ ਹੈ। ਮ੍ਰਿਦਲ ਮਧੁਰ ਕਰਨਾ ਸੰਗ ਸਾਨੀ। ਜੋ ਸਤਿਗੁਰੂ ਜੀ ਐਸੀ ਬਾਣੀ ਜੋ ਕੋਮਲ ਮਿੱਠੀ ਕਿਰਪਾ ਦੇ ਨਾਲ ਮਿਲੀ ਹੋਈ। ਬੋਲੇ ਪਰਮ ਮਨੋਹਰ ਬਾਣੀ। ਮਨ ਨੂੰ ਮੋਹ ਲੈਣ ਵਾਲੀ, ਮਨ ਨੂੰ ਹਰ ਲੈਣ ਵਾਲੀ ਬਾਣੀ ਸਤਿਗੁਰੂ ਜੀ ਮਹਾਣੀ ਮੁਖੋਂ ਬੋਲੇ ਹੈ। ਨਗਨ ਅੰਗ ਦਿਨ ਰਹਿਣ ਬਿਤਾਵਤ। ਗੁਰੂ ਜੀ ਬੋਲੇ ਹੈ ਸੰਤ ਸਾਧੂ ਤੁਸੀਂ ਜਿਹੜੇ ਤੁਹਾਡੇ ਅੰਗ ਹੈ ਰਾਤ ਦਿਨ ਐਵੇਂ ਨੰਗਣਿਆ ਰਹਿ ਕੇ ਤੁਸੀਂ ਬਿਤਾ ਦਿੰਦੇ ਹੋ। ਪਹਿਰਤ ਨਹੀਂ ਕਿ ਹੱਥ ਨਾ ਆਵਤ। ਵੀ ਅੰਗਾਂ ਨੂੰ ਜਿਹੜਾ ਐਵੇਂ ਨਗਨ ਰੱਖ ਕੇ ਦਿਨ ਰਾਤ ਬਿਤਾ ਦਿੰਦੇ ਹੋ, ਤੁਸੀਂ ਪੈਰਦੇ ਨਹੀਂ ਹੋ ਕਿ ਜਾਂ ਤੁਹਾਡੇ ਹੱਥ ਵਿੱਚ ਕੋਈ ਕੱਪੜਾ ਨਹੀਂ ਆਉਂਦਾ। ਇਸ ਰਿਤ ਮਹਿ ਤਨ ਸੀਤ ਸੰਤਾਵਤ। ਸੰਤ ਜੀ ਆ ਜਿਹੜੀ ਰੁੱਤ ਠੰਡ ਦੀ ਚੱਲ ਰਹੀ ਹੈ ਤੁਹਾਨੂੰ ਤੇ ਜਿਹੜਾ ਤੁਹਾਡਾ ਸਰੀਰ ਹੈ ਠੰਡ ਕਰਕੇ ਬੜਾ ਸਤਾਉਂਦਾ ਹੋਵੇਗਾ। ਠੰਡ ਬੜੀ ਤੁਹਾਨੂੰ ਸਤਾਉਂਦੀ ਦੁੱਖ ਦਿੰਦੀ ਹੋਊਗੀ। ਬਹਰ ਬਰਖਾ ਉਸਨਤ ਪਾਵਤ। ਫਿਰ ਜਦੋਂ ਵਰਖਾ ਰੁੱਤ ਆਉਂਦੀ ਹੈ ਉਹ ਵੀ ਬੜੀ ਦੁੱਖ ਦਿੰਦੀ ਹੋਊਗੀ। ਗਰਮੀ ਆਉਂਦੀ ਤੇ ਉਹ ਵੀ ਬੜੀ ਤਪਾਉਂਦੀ ਹੋਊਗੀ ਨਾ ਅੰਗਾਂ ਨੰਗਿਆਂ ਨੂੰ। ਅਚਵਹੁ ਅਸਨਾ ਕੇ ਰਹੋ ਅਨਸਾਨਾ। ਅਨਸਨਾ ਸੰਤ ਮਹਾਰਾਜ ਮਹਾਂਪੁਰਸ਼ੋ
ਤੁਸੀਂ ਭੋਜਨ ਵੀ ਛਕਦੇ ਹੋ ਕਿ ਭੋਜਨ ਤੋਂ ਬਿਨਾਂ ਨਿਰਾਹਾਰ ਹੀ ਰਹਿੰਦੇ ਹੋ, ਭੁੱਖੇ ਪਿਆਸੇ? ਦੇਤ ਖੇਦ ਤਨ ਜਿਉ ਬਿਨ ਬਸਨਾ। ਇੱਥੇ ਜਿਉਂ ਦੀ ਥਾਂ ਮੁੱਖ ਪਾਠ ਕਿਉਂ ਲੱਗਦਾ ਹੈ ਕਿ ਤੁਸੀਂ ਭੋਜਨ ਵੀ ਛਕਦੇ ਹੋ ਜਾਂ ਤੁਸੀਂ ਭੋਜਨ ਤੋਂ ਬਿਨਾਂ ਰਹਿੰਦੇ ਹੋ? ਅਤੇ ਜਿਹੜਾ ਸਰੀਰ ਹੈ ਵੀ ਇਸ ਨੂੰ ਕਿਉਂ ਤੁਸੀਂ ਬਿਨਾਂ ਵਸਤਰਾਂ ਤੋਂ ਦੁੱਖ ਦੇ ਰਹੇ ਹੋ? ਪ੍ਰਭਾਵਾਨ ਸੁੰਦਰ ਸਰਬੰਗਾ। ਸਰੀਰ ਨੂੰ ਤੁਸੀਂ ਕਿਉਂ ਬਿਨਾਂ ਵਸਤਰਾਂ ਤੋਂ ਦੁੱਖ ਦੇ ਰਹੇ ਹੋ? ਤੁਹਾਡੇ ਜਿਹੜੇ ਸਾਰੇ ਅੰਗ ਬੜੇ ਸੁੰਦਰ ਸੋਭਾ ਵਾਲੇ ਹਨ। ਭਸਮ ਸੰਗ ਸੌਕੀਨ ਕੁਰੰਗਾ। ਭਸਮ ਸਵਾਹ ਜੀ ਦੇ ਨਾਲ ਤੁਸਾਂ ਨੇ ਆਪਣੇ ਅੰਗ ਕਿਵੇਂ ਮਿੱਟੀ ਵਾਲੇ ਭਸਮ ਵਰਗੇ ਕਰ ਲਏ ਹੈ। ਸੰਤ ਰੂਪ ਮਤ ਭਲੋ ਤੰਗਾ। ਸੰਤ ਜੀ ਤੁਹਾਡਾ ਜਿਹੜਾ ਮਤ ਹੈ ਬੜਾ ਉੱਚਾ ਤੇ ਚੰਗਾ ਹੈ। ਤੁਸੀਂ ਸੰਤ ਰੂਪ ਹੋ, ਤੁਹਾਡਾ ਜਿਹੜਾ ਮਤ ਬੜਾ ਸਿਧਾਂਤ ਉੱਚਾ ਤੇ ਚੰਗਾ ਹੈ। ਉੱਤਰ ਦੀਜੈ ਸੰਗ ਮੰਗਾ। ਮਹਾਂਪੁਰਸ਼ੋ ਸੰਤ ਜੀ ਉੱਤਰ ਸਾਨੂੰ ਦਈਏ ਬੜੇ ਉਤਸ਼ਾਹ ਆਨੰਦ ਖੁਸ਼ੀ ਨਾਲ। ਰਿਖੀ ਕੇਸ਼ ਸੁਨ ਬੋਲਿਓ ਬਾਣੀ। ਰਿਖੀਆਂ ਦਾ ਜੋ ਈਸ਼ ਹੈ ਸ੍ਰੀ ਮਹੰਤ ਜੀ ਮੁੱਖ ਸੰਤ ਰੇਣ ਜੀ ਮੁਖੋਂ ਬੋਲੇ ਬਚਨ। ਮੁਕਤ ਜੋ ਮਾਰਗ ਤਾਰਸ ਸਾਨੀ। ਸੁਣ ਕੇ ਸ੍ਰੀ ਮਹੰਤ ਜੀ ਬੋਲੇ ਹੈ ਜੋ ਮੁਕਤੀ ਦੇ ਰਸਤੇ ਵਾਲੀ ਬਾਣੀ ਹੈ। ਮੁਕਤੀ ਦੇ ਰਸਤੇ ਵਿੱਚ ਤੇ ਜੋ ਮੁਕਤੀ ਦਾ ਰਸਤਾ ਉਸ ਰਸ ਨਾਲ ਮਿਲੀ ਜੁਲੀ। ਸਾਧ ਵੇਖ ਜਿਨ ਧਰਿਓ ਸਰੀਰਾ। ਐਸੀ ਬਾਣੀ ਬੋਲੇ ਜੋ ਮੁਕਤੀ ਦੇ ਰਸਤੇ ਵਾਲੀ ਜਿਸ ਵਿੱਚ ਆ ਰਸ ਮਿਲਿਆ ਹੋਇਆ ਹੈ। ਮਹਾਂਪੁਰਸ਼ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਵੀ ਦੇਖੋ ਮਹਾਰਾਜ, ਕਿਉਂਕਿ ਸੰਤਾਂ ਦੀ ਬੋਲੀ ਹੁੰਦੀ ਹੈ, ਉਹਨਾਂ ਤੇ ਨਹੀਂ ਕੋਈ ਗੁਰੂ ਸਾਹਿਬ ਜੀ ਨੂੰ ਇਹੋ ਜਿਹਾ ਕੋਈ ਸਾਡੇ ਵਾਂਗ ਹੰਕਾਰੀਆਂ ਵਾਂਗ ਬਚਨ ਬੋਲੇ ਵੀ ਦੇਖੋ ਬੱਚੇ ਕੀ ਕਹਿੰਦੇ ਹੋ। ਨਾ ਨਾ, ਉਹ ਮਹਾਂਪੁਰਸ਼ ਐਵੇਂ ਬੋਲੀ ਉਹਨਾਂ ਦੀ ਮਿੱਠੀ ਹੈ। ਕਹਿੰਦੇ ਮਹਾਰਾਜ ਜਿਹੜੇ ਸਾਧ ਹੁੰਦੇ ਨਾ, ਜਿਨ੍ਹਾਂ ਸਰੀਰ ਨੂੰ ਸਾਧਿਆ, ਜਿਨ੍ਹਾਂ ਨੇ ਸਰੀਰ ਦੇ ਉੱਪਰ ਐਵੇਂ ਸਾਧਪੁਣਾ ਧਾਰਨ ਕੀਤਾ, ਸਾਧ ਦਾ ਭੇਖ ਧਾਰਨ ਕੀਤਾ ਹੈ, ਤਾਂ ਕੋ ਚਹੀਅਤ ਸੰਜਮ ਚੀਰਾ। ਉਹਨਾਂ ਸਾਧੂ ਸੰਤਾਂ ਨੂੰ ਚਾਹੀਦਾ ਹੈ ਕਿ ਜਿਹੜੇ ਆ ਵਸਤਰਾਂ ਤੋਂ ਸੰਜਮ ਹੀ ਰੱਖਣ, ਆਪਣਾ ਗੁਜ਼ਾਰਾ ਕਰ ਲੈਣ, ਬਣ ਕੇ ਨਾ ਬਹਿਣ ਵੰਨ ਸਵੰਨੇ ਪਾ ਕੇ। ਬਹਰ ਸੁਨਹਾ ਭੋਜਨ ਕੀ ਰੀਤੀ। ਪੁਨः ਜੋ ਤੁਸੀਂ ਭੋਜਨ ਬਾਰੇ ਪੁੱਛਿਆ ਵੀ ਖਾਂਦੇ ਕਿ ਨਹੀਂ ਖਾਂਦੇ, ਉਹ ਵੀ ਰੀਤੀ ਸੁਣੋ। ਜੇ ਹਮ ਜਾਚਹਿ ਹੋਤ ਨੀਤੀ। ਜੇ ਅਸੀਂ ਹੱਥ ਜੇ ਫਲਾ ਕੇ ਮੰਗਦੇ ਹਾਂ ਤੇ ਅਨੀਤੀ ਅਨਿਆਜੀ ਵਾਲੀ ਬੇਇਨਸਾਫੀ ਦੀ ਗੱਲ ਹੁੰਦੀ ਹੈ। ਸਿੰਘਾਸਨ ਸੰਤੋਖ ਸੁਹਾਵਾ। ਅਸੀਂ ਤੇ ਜਿਹੜਾ ਸੰਤੋਖ ਰੱਖਿਆ ਹੈ, ਇਹੀ ਸਿੰਘਾਸਣ ਬੜਾ ਸੋਭਨੀਕ ਹੋ ਰਿਹਾ ਸੰਤੋਖ ਰੱਖਣਾ। ਤਾਂ ਪਰ ਬੈਸ ਪਰਮ ਸੁਖ ਪਾਵਾ। ਤਾਂ ਪਰ ਬੈਸ ਉਸ ਸੰਤੋਖ ਰੂਪੀ ਸਿੰਘਾਸਣ ਤੇ ਬੈਠ ਕਰਕੇ ਅਸੀਂ ਬੜਾ ਸੁਖ ਪਾ ਰਹੇ ਹਾਂ। ਪ੍ਰਾਲਬਧ ਸੋ ਦਾਸ ਹਮਾਰੀ। ਬਾਕੀ ਜੋ ਜਿਹੜੀ ਕਿਸਮਤ ਹੈ, ਉਹ ਕਿਸਮਤ ਨਾਲ ਜਿਹੜੇ ਸਾਡੇ ਦਾਸ ਸੇਵਕ ਹਨ। ਸੇਵਾ ਕਰਹਿ ਅਨੇਕ ਪ੍ਰਕਾਰੀ। ਸਾਡੀ ਕਿਸਮਤ ਦੇ ਤਰੀਕੇ ਨਾਲ, ਜਿਵੇਂ ਜੋ ਸਾਡੀ ਕਿਸਮਤ ਵਿੱਚ ਹੈ, ਸਾਡੇ ਦਾਸ ਸੇਵਕ ਸਾਡੀ ਸੇਵਾ ਕਰਦੇ ਆ ਅਨੇਕਾਂ ਤਰ੍ਹਾਂ ਢੰਗਾਂ ਨਾਲ। ਸੁਬਟ ਸੰਗ ਬਹੁ ਬਿਦ ਤਪ ਤਾਪਨ। ਬਹੁਤ ਤਰ੍ਹਾਂ ਦਾ ਜਿਹੜਾ ਤਪ ਨੂੰ ਤਪਾਉਣਾ ਹੈ, ਤਪ ਸਾਧਨਾ ਕਰਨੀ ਹੈ, ਇਹ ਬਹੁਤ ਸੂਰਮਿਆਂ ਨਾਲ, ਵਿਵੇਕ ਰੂਪੀ ਰਾਜੇ ਨਾਲ। ਮੋਹ ਨਿਰਪਤ ਕੀ ਪ੍ਰਤਨਾ ਖਾਪਨ। ਮੋਹ ਨਿਰਪਤ ਕੀ ਪ੍ਰਤਨਾ ਖਾਪਣ। ਮੋਹ ਰੂਪੀ ਜਿਹੜਾ ਰਾਜਾ ਬੜਾ ਦੈਂਤ ਵੱਡਾ ਵੈਰੀ, ਉਸ ਦੀ ਸੈਨਾ ਨੂੰ ਖਾਪਣ ਵਾਸਤੇ ਵਿਵੇਕ ਰੂਪੀ ਰਾਜੇ ਦੇ ਨਾਲ ਬਹੁਤ ਤਰ੍ਹਾਂ ਦਾ ਜਿਹੜਾ ਤਪ ਤਾਪਣਾ ਹੈ, ਇਹ ਸੂਰਮਿਆਂ ਦੇ ਨਾਲ ਰਹਿ ਰਹੇ ਹਾਂ ਅਸੀਂ, ਮੋਹ ਰੂਪੀ ਰਾਜੇ ਦੀ ਸੈਨਾ ਨੂੰ ਖਾਪਣ ਨਾਸ ਕਰਨ ਵਾਸਤੇ। ਸਤ ਕੋ ਛਤਰ ਸੀਸ ਪਰ ਝੂਲੰ। ਜਿਹੜਾ ਸਤ ਸਰੂਪ ਦਾ ਧਿਆਨ ਕਰਨਾ ਹੈ, ਸਤ ਪਰ ਤੱਗੀ ਰਹਿਣਾ ਹੈ,
ਇਹ ਸਾਡੇ ਸੀਸ ਉੱਪਰ ਛਤਰ ਝੂਲ ਰਿਹਾ ਹੈ। ਜਾਸ ਬਿਲੋਕ ਦਬਤ ਪ੍ਰਤਕੂਲੰ। ਜਿਸ ਸਤ ਰੂਪੀ ਛਤਰ ਨੂੰ ਦੇਖ ਕੇ ਜਿਹੜੇ ਅੰਦਰ ਬਾਹਰ ਦੇ ਵੈਰੀ ਹੈ, ਬਾਹਰੀ ਵੈਰੀ ਵੀ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰੀ ਬੜੇ ਦੱਬ ਰਹੇ ਹੈ। ਅਬ ਚਲ ਜਬ ਕੋ ਅਸ ਸੁਖ ਪਾਇੰ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਦੋਂ ਦਾ ਅਸਾਂ ਨੇ ਐਸਾ ਨਾ ਹਿੱਲਣ ਵਾਲਾ ਅਚਲ ਸੁਖ ਪਾਇਆ ਹੈ। ਅਨਤ ਨਾ ਤਬ ਕੋ ਮਨ ਬਿਰਮਾਇੰ। ਉਹ ਤਦੋਂ ਦਾ ਹੀ ਹੋਰ ਪਾਸੇ ਅਸਾਂ ਨੇ ਜਿਹੜਾ ਮਨ ਹੈ ਉਹ ਮੋਹਿਆ ਨਹੀਂ ਹੈ, ਪਰਚਾਇਆ ਨਹੀਂ ਹੈ। ਸੰਤ ਉਕਤ ਕੀ ਸੁਨ ਕਰ ਜੁਗਤੰ। ਸੰਤਾਂ ਦੀ ਜੁਗਤੀ ਵਾਲੀ ਇਹ ਕਥਨੀ ਨੂੰ ਸੁਣ ਕਰਕੇ ਹਰਖਤ ਸ਼੍ਰੀ ਨਾਨਕ ਬਚਨ ਕਤੰ। ਬਚਨ ਉਕਤੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਖੁਸ਼ ਹੋਏ ਤੇ ਬਚਨ ਉਗਤੰ ਇਵੇਂ ਬਚਨ ਕਿਹਾ। ਰਾਵਰ ਨਾਮ ਸੁਨਨ ਅਬਿਲਾਖਾ। ਗੁਰੂ ਜੀ ਕਹਿਣ ਲੱਗੇ ਸ੍ਰੀਮੰਤ ਜੀ ਆਪ ਜੀ ਦਾ ਨਾਮ ਕੀ ਹੈ? ਨਾਮ ਸੁਣਨ ਦੀ ਸਾਨੂੰ ਇੱਛਾ ਹੈ। ਤੁਮ ਹੋ ਧਨ ਧਰਮ ਦਿੜ ਰਾਖਾ। ਗੁਰੂ ਜੀ ਕਹਿੰਦੇ ਸ਼੍ਰੀਮੰਤ ਜੀ ਤੁਸੀਂ ਧੰਨੋ ਮਹਾਂਪੁਰਖੋ ਜਿਨ੍ਹਾਂ ਨੇ ਧਰਮ ਨੂੰ ਐ ਪੱਕਿਆਂ ਕਰਕੇ ਰੱਖਿਆ ਆਪਣੇ ਹਿਰਦੇ ਵਿੱਚ। ਕੀ ਆਸਾ ਇੱਕ ਏਕੰਕਾਰਾ। ਜਿਨ੍ਹਾਂ ਨੇ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਪਾਉਣ ਵਾਸਤੇ ਆਸ ਰੱਖੀ ਕੀਤੀ ਹੋਈ ਹੈ। ਪਰ ਬ੍ਰਿਤ ਤਜ ਨਿਰਬ੍ਰਿਤ ਪਗ ਧਾਰੰ। ਪਰ ਬ੍ਰਿਤ ਜਿਹੜਾ ਆ ਗ੍ਰਹਿਣ ਕਰਨ ਦੀ ਬਿਰਤੀ ਹੈ ਇਹਨੂੰ ਛੱਡਿਆ ਹੋਇਆ ਹੈ। ਜਿਹੜੀ ਤਿਆਗ ਬਿਰਤੀ ਹੈ ਉਸ ਉੱਪਰ ਆਪ ਜੀ ਨੇ ਚਰਨ ਧਾਰਨ ਕੀਤਾ ਹੈ, ਪਾਇਆ ਹੋਇਆ ਹੈ। ਪਰ ਬਿਰਤੀ ਜਿਹੜੀ ਪਰ ਗੁਰਮੁਖ ਪਰ ਵਿਰਤ ਨਿਰਵਿਰਤ ਪਛਾਣੈ। ਜਿਹੜੇ ਗੁਰਮੁਖ ਹੈ ਉਹ ਜਾਣਦੇ ਕਿਹਦੇ ਵਿੱਚ ਗ੍ਰਹਿਣ ਹੋਣਾ, ਕਿਹੜੀ ਚੀਜ਼ ਮੇਰੇ ਯੋਗ ਮੈਨੂੰ ਰੱਖਣੀ ਯੋਗ ਹੈ, ਕਿਹੜੀ ਛੱਡਣੀ ਯੋਗ ਨੂੰ ਛੱਡ ਦਿੰਦੇ ਗੁਰਮੁਖ। ਅਸੀਂ ਜਿਹੜੀ ਛੱਡਣ ਵਾਲੀ ਹੁੰਦੀ ਉਹਨਾਂ ਦੇ ਪੈਨੇ ਭੱਜ ਭੱਜ ਕੇ, ਭਾਵੇਂ ਸਾਨੂੰ ਮਾਰ ਹੀ ਪਵੇ, ਭਾਵੇਂ ਸਾਨੂੰ ਦੁੱਖ ਹੀ ਦੇਵੇ, ਭਾਵੇਂ ਰੋਜ਼ ਹੀ ਉਹਦਾ ਦੁੱਖ ਮਿਲੇ, ਉਹ ਅਸੀਂ ਫੜਦੇ ਭੱਜ ਭੱਜ ਕੇ। ਜਿਹੜੀ ਸਾਨੂੰ ਸੁੱਖ ਦੇਣ ਵਾਲੀ ਚੀਜ਼ ਉੱਧਰ ਨਹੀਂ ਅਸੀਂ ਜਾਂਦੇ ਕਿਉਂਕਿ ਅਸੀਂ ਗੁਰਮੁਖ ਨਹੀਂ ਹਾਂ, ਮਨ ਦੀ ਮਰਜ਼ੀ ਵਾਲੇ। ਜਿਹੜੇ ਗੁਰਮੁਖ ਹੈ ਉਹ ਕੀ ਕਰਦੇ? ਤਿਆਗ ਬਿਰਤੀ ਨੂੰ ਫੜਦੇ ਆ ਤੇ ਜਿਹੜੀ ਗ੍ਰਹਿਣ ਵਾਲੀ ਬਿਰਤੀ ਨੂੰ ਛੱਡਦੇ ਆ। ਗੁਰੂ ਮਹਾਰਾਜ ਕਹਿ ਰਹੇ ਤੇ ਸੰਤ ਜੀ ਮਹਾਂਪੁਰਸ਼ੋ ਸ੍ਰੀਮੰਤ ਜੀ ਜਿਹੜੀ ਆ ਪਰ ਬਿਰਤੀ ਹੈ, ਜਿਹੜੀ ਆ ਗ੍ਰਹਿਸਥੀ ਜੇ ਹੋ ਕੇ ਗ੍ਰਹਿਣ ਕਰਨ ਦੀ ਬਿਰਤੀ ਉਹ ਤੁਸਾਂ ਨੇ ਛੱਡੀ ਹੋਈ ਹੈ। ਤਿਆਗ ਬਿਰਤੀ ਸੰਨਿਆਸੀ ਆਦਿਕ ਸਾਧੂ ਹੋਣਾ ਇਹ ਬਿਰਤੀ ਤੇ ਉੱਪਰ ਆਪ ਜੀ ਨੇ ਚਰਨ ਧਾਰਨ ਕੀਤਾ ਪਾਇਆ ਹੋਇਆ ਹੈ। ਸਮਤ ਗਾਤੀ ਸੰਤ ਸੁਚਾਲੀ। ਸ੍ਰੇਸ਼ਟ ਮਤ ਨੂੰ ਤੁਸੀਂ ਪ੍ਰਾਪਤ ਹੋ ਸੰਤਾਂ ਵਾਲੀ ਸੋਹਣੀ ਚਾਲ ਆਪ ਜੀ ਦੀ। ਸ਼ਾਂਤ ਲਤਾ ਭਲ ਬਿਦ ਪ੍ਰਤਪਾਲੀ। ਸ਼ਾਂਤੀ ਰੂਪ ਜਿਹੜੀ ਵੇਲ ਹੈ ਉਹਨੂੰ ਚੰਗੀ ਤਰ੍ਹਾਂ ਨੇ ਤੁਸੀਂ ਪ੍ਰੇਮ ਦੇ ਜਲ ਨਾਲ ਪਾਲੀ ਹੋਈ ਹੈ। ਪੁਨ ਭਾਖਤ ਮਹੰਤ ਸ਼ੁਭ ਬਾਣੀ। ਸ੍ਰੀਮੰਤ ਜੀ ਸਤਿਗੁਰ ਜੀ ਦੇ ਬਚਨ ਸੁਣ ਕੇ ਪੁਨਾ ਮੁਖੋਂ ਚੰਗੀ ਬਾਣੀ ਕਹਿਣ ਲੱਗੇ ਹੈ। ਓ ਧੀਮਤ ਤੁਮ ਹੋ ਗੁਣ ਖਾਨੀ। ਮਹਾਰਾਜ ਤੁਸੀਂ ਨੇ ਬੜੀ ਬੁੱਧੀ ਵਾਲੇ, ਗੁਣਾਂ ਦੀ ਤੇ ਖਾਨ ਖਜ਼ਾਨਾ ਹੀ ਹੋ। ਬੈਸ ਕਿਸ਼ੋਰ ਬਿਖੈ ਅਪਮਾਨੀ। ਤੁਸੀਂ ਤੇ ਬੜੇ ਗੁਣਾਂ ਦੀ ਖਾਨ, ਤੁਸੀਂ ਬੁੱਧੀ ਵਾਲੇ ਮਹਾਨ ਹੋ ਜਿਨ੍ਹਾਂ ਨੇ ਕਿਸ਼ੋਰ ਅਵਸਥਾ ਵਿੱਚ ਹੀ ਵਿਸ਼ਿਆਂ ਦਾ ਨਿਰਾਦਰ ਕਰ ਦਿੱਤਾ, ਵਿਸ਼ੇ ਪਿਛਾਂ ਕਰ ਦਿੱਤੇ ਆ, ਮਾਣ ਤੋਂ ਰਹਿਤ ਹੋ ਰਹੇ ਤੁਸੀਂ ਮਹਾਨ ਹੋ। ਸਤ ਸੰਗਤ ਪਰ ਸੁਮਤ ਲੁਬਾਨੀ। ਜਿਹੜੇ ਸਤ ਪੁਰਸ਼ ਉਹਨਾਂ ਦੀ ਸੰਗਤ ਉੱਪਰ ਤੁਹਾਡੀ ਸ੍ਰੇਸ਼ਟ ਮਤ ਲੁਭਾਏਮਾਨ ਹੋ ਰਹੀ ਹੈ। ਸੰਤ ਰੇਨ ਹੈ ਨਾਮ ਹਮਾਰਾ। ਤੁਸਾਂ ਨੇ ਸਾਡਾ ਨਾਮ ਪੁੱਛਿਆ ਹੈ ਮਹਾਰਾਜ, ਸਾਡਾ ਨਾਮ ਸੰਤ ਰੇਣ ਹੈ। ਸ੍ਰੀ ਗੁਰ ਬਚ ਸੋ ਧਰਿਓ ਸੁਧਾਰਾ। ਸਾਡੇ ਗੁਰੂ ਜੀ ਨੇ ਐਵੇਂ ਸੁਧਾਰ ਬਣਾ ਕੇ ਇਹ ਸਾਡਾ ਨਾਮ ਧਰਿਆ ਕਿ ਸੰਤ ਰੇਣ ਜੀ ਤੁਹਾਡਾ ਨਾਮ ਅਸਾਂ ਨੇ ਸੰਤ ਰੇਣ ਤਾਂ ਰੱਖਿਆ ਕਿ ਜਿਹੜੇ ਵਾਹਿਗੁਰੂ ਦੇ ਸੰਤ ਹੈ ਸ਼ਾਂਤ ਚਿੱਤ ਵਾਲੇ, ਉਹਨਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿਣਾ ਹੈ। ਉਹ ਸੁਧਾਰ ਕੇ ਬਣਾ ਸਵਾਰ ਕੇ ਸਾਡਾ ਨਾਮ ਸੰਤ ਰੇਣ ਰੱਖਿਆ ਸੀ, ਸੰਤਾਂ ਦੀ ਧੂੜੀ ਹਾਂ ਮਹਾਰਾਜ। ਦੀਨ ਗਰੀਬੀ ਕੋ ਸਿਰ ਪਾਓ। ਮੇਰੇ ਗੁਰੂ ਜੀ ਨੇ ਮੇਰਾ ਐਸਾ ਸੰਤ ਰੇਣ ਨਾਮ ਰੱਖ ਕੇ
ਜਿਹੜੀ ਗਰੀਬੀ ਹੈ, ਨਿਮਰਤਾ ਹੈ, ਉਹ ਗਰੀਬੀ ਦਾ ਇਹ ਸਰੋਪਾ ਦਿੱਤਾ ਵੀ ਸੰਤਾਂ ਦੀ ਧੂੜੀ ਬਣ ਕੇ ਰਹਿਣਾ ਸਦਾ। ਸੁਜਸ ਜਾਸ ਬਹੁ ਵਧਤ ਪ੍ਰਭਾਉ। ਜਿਸ ਸਰੋਪੇ ਦੀਨ ਗਰੀਬੀ ਦੇ ਸਰੋਪੇ ਕਰਕੇ ਸ੍ਰੇਸ਼ਟ ਜਸ ਜਿਹੜਾ ਬਹੁਤ ਵੱਧ ਰਿਹਾ ਹੈ, ਤੇਜ ਪ੍ਰਤਾਪ ਉਸ ਜਸ ਰੂਪੀ ਜਿਹੜਾ ਗਰੀਬੀ ਰੂਪੀ ਸਰੂਪੇ ਦਾ, ਇਸ ਨਾਮ ਦਾ। ਹਿਰਦੇ ਪ੍ਰਸੀਦੇ ਸੁਨ ਕਰ ਨਾਮ। ਜਦੋਂ ਕਿਹਾ ਹੈ ਸੰਤਾਂ ਨੇ ਵੀ ਮੇਰਾ ਨਾਮ ਸੰਤ ਰਹਿਣਾ, ਮੈਂ ਸੰਤਾਂ ਦੀ ਧੂੜੀ ਬਣ ਕੇ ਰਹਿਣਾ, ਮੇਰੇ ਗੁਰੂ ਨੇ ਹੀ ਨਾਮ ਰਖਵਾਇਆ ਹੈ। ਗੁਰੂ ਨਾਨਕ ਸਾਹਿਬ ਜੀ ਸੁਣ ਕਰਕੇ ਹਿਰਦੇ ਵਿੱਚ ਬਹੁਤ ਆਨੰਦ ਪ੍ਰਸਾਨੀ ਹੋਏ ਹੈ। ਜੋ ਕਬ ਉਕਤ ਸੁਨਤ ਮਤ ਧਮ। ਮਤ ਦੀ ਜਿਵੇਂ ਤੇਜ, ਮਤ ਦਾ ਘਰ, ਬੁੱਧੀ ਦਾ ਘਰ, ਜਿਵੇਂ ਕਿਸੇ ਕਵੀ ਦੀ ਕਥਨੀ ਸੁਣ ਕੇ, ਬਾਣੀ ਸੁਣ ਕੇ ਖੁਸ਼ ਹੋ ਜਾਂਦਾ ਹੈ ਨਾ, ਇਵੇਂ ਗੁਰੂ ਨਾਨਕ ਸਾਹਿਬ ਜੀ ਜੋ ਬੁੱਧੀ ਦੇ ਤੇ ਘਰ ਹੀ ਹੈ, ਬੜੇ ਖੁਸ਼ ਹੋਏ ਸੰਤਾਂ ਦਾ ਇਹ ਬਚਨ ਸੁਣ ਕੇ। ਮੁਝ ਸੋ ਕਹਿਣ ਲੱਗੇ ਤਿਹ ਕਾਲਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਇਵੇਂ ਸੁਣ ਕਰਕੇ ਉਸ ਵਕਤ ਮੈਨੂੰ ਗੁਰੂ ਨਾਨਕ ਸਾਹਿਬ ਜੀ ਇਵੇਂ ਕਹਿਣ ਲੱਗੇ, ਤਜਿਓ ਨਾ ਜਾਏ ਬਨਜ ਇਹ ਬਾਲਾ। ਭਾਈ ਬਾਲਾ ਜੀ ਜਿਹੜਾ ਸੱਚਾ ਸੌਦਾ ਨਾ, ਖਰਾ ਸੌਦਾ, ਇਹ ਤੇ ਸਾਡੇ ਕੋਲ ਛੱਡਿਆ ਨਹੀਂ ਜਾ ਰਿਹਾ, ਲਾਭ ਵਾਲਾ ਸੌਦਾ ਇਹ। ਕਰ ਤੇ ਧਨ ਤਰ ਅਗਰ ਮਹੰਤਾ। ਇਸ ਤਰ੍ਹਾਂ ਹੱਥ ਤੋਂ ਉਹ ਜਿਹੜਾ ਆਪਣੇ ਹੱਥਾਂ ਨਾਲ ਧਨ ਜਿਹੜਾ ਉਹ ਸ਼੍ਰੀਮੰਤ ਅੱਗੇ ਰੱਖ ਦਿੱਤਾ। ਮਹਾਰਾਜ ਜੀ ਨੇ ਕਿਹਾ ਕਿ ਅਸਨ ਕਰਾਬ ਹੋ ਕਹਿ ਜਗ ਕੰਤਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਸੰਤ ਜੀ ਆ 20 ਰੁਪਏ ਲੈ ਲਓ ਤੇ ਸਾਰੇ ਸੰਤਾਂ ਨੂੰ ਭੋਜਨ ਛਕਾਉਣਾ ਕਰਾਓ। ਹਮ ਨ ਤੁਮਰੀ ਸਭ ਬਿਦ ਜਾਨੀ। ਅਸਾਂ ਨੇ ਤੁਹਾਡੀ ਸੰਤ ਰੇਣ ਸ਼੍ਰੀਮੰਤ ਜੀ ਸਾਰੀ ਵਿਧੀ ਜਾਣ ਲਈ ਕਿ ਤੁਸੀਂ ਤੇ ਬਹੁਤ ਮਹਾਨ ਹੋ। ਕਰਤ ਨਾ ਪ੍ਰਾਰਥਨਾ ਗੁਣ ਖਾਨੀ। ਪ੍ਰਾਰਥਨਾ ਵੀ ਜਿਹੜੀ ਗੁਣਾਂ ਨੂੰ ਨਾਸ ਕਰ ਦੇਣ ਵਾਲੀ ਅਰਜ ਬੇਨਤੀ ਹੈ, ਉਹ ਨਹੀਂ ਤੁਸੀਂ ਕਰਦੇ, ਕਿਸੇ ਅੱਗੇ ਹੱਥ ਟੱਡ ਕੇ ਨਹੀਂ ਤੁਸੀਂ ਮੰਗਦੇ। ਅਸਾਂ ਨੇ ਤੁਹਾਡੀ ਵਿਧੀ ਜਾਣ ਲਈ ਹੈ, ਹੱਥ ਟੱਡ ਕੇ ਜਿਹੜਾ ਮੰਗਣਾ ਮੰਗਾਉਣਾ ਹੈ, ਇਹ ਤੇ ਗੁਣਾਂ ਨੂੰ ਨਾਸ ਕਰ ਦਿੰਦਾ ਹੈ। ਗੁਣਾਂ ਨੂੰ ਨਾਸ ਕਰਨ ਵਾਲੀ ਜਿਹੜੀ ਅਰਜ ਬੇਨਤੀ ਹੈ, ਉਹ ਨਹੀਂ ਤੁਸੀਂ ਕਰਦੇ। ਬਿਨ ਜਾਂਚੇ ਸਾਦਰ ਜੋ ਦੇਈ। ਤੁਸੀਂ ਤੇ ਬਿਨਾਂ ਮੰਗਿਆ ਜਿਹੜਾ ਕੋਈ ਆਦਰ ਸਨਮਾਨ ਨਾਲ ਤੁਹਾਡਾ ਸਤਿਕਾਰ ਦਿੰਦਿਆਂ ਦੇ ਦਵੇ, ਤਾਂ ਕੋ ਰੁਚ ਸੋ ਅਚਨ ਕਰੇਈ। ਉਸ ਦਿੱਤੇ ਹੋਏ ਨੂੰ ਤੁਸੀਂ ਬੜੀ ਰੁਚੀ ਪ੍ਰੀਤੀ ਪ੍ਰੇਮ ਨਾਲ ਛਕ ਲੈਂਦੇ ਹੋ ਮਹਾਰਾਜ। ਅਬਹਿ ਪਠਾਏ ਸ਼੍ਰੀ ਕਰਤਾਰਾ। ਹੁਣ ਵੀ ਅਸੀਂ ਨਹੀਂ ਆਏ ਹਾਂ, ਸਾਨੂੰ ਤੇ ਸ਼੍ਰੀ ਕਰਤਾਰ ਪਰਮ ਪਿਤਾ ਪਰਮੇਸ਼ਰ ਨੇ ਹੀ ਤੁਹਾਡੇ ਪਾਸ ਭੇਜਿਆ ਸੇਵਾ ਵਾਸਤੇ। ਲੈ ਕਰ ਸੁਖ ਸੋ ਕਰਹੁ ਆਹਾਰਾ। ਮਹਾਂਪੁਰਸ਼ੋ 20 ਰੁਪਏ ਲੈ ਲਓ, ਲੈ ਕਰਕੇ ਸੁਖ ਨਾਲ ਭੋਜਨ ਪ੍ਰਸ਼ਾਦਾ ਛਕੋ ਤੁਸੀਂ। ਕਹਿ ਮਹੰਤ ਲਗ ਬੈਸ ਕੁਲੀਨੰ। ਸਤਿਗੁਰੂ ਜੀ ਦੇ ਇਹੋ ਜਿਹੇ ਬਚਨ ਸੁਣ ਕੇ ਸੰਤ ਜਿਹੜੇ ਸ਼੍ਰੀਮੰਤ ਜੀ ਹੈ, ਇੰਨੇ ਉਹ ਜਿਹੜੇ ਪ੍ਰਭਾਵ ਵਾਲੇ ਹੋਏ, ਕਹਿਣ ਲੱਗੇ, ਮਹੰਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਛੋਟੀ ਉਮਰ ਹੈ, ਆ ਚੰਗੇ ਕੁੱਲ ਵਾਲੇ ਚਤਰ ਸਿਆਣੇ ਤੁਸੀਂ ਮਹਾਨ। ਤਵ ਵਿਵਹਾਰੰ ਜਨਕ ਅਧੀਨੰ। ਇਹ ਮਹਾਂਪੁਰਸ਼ ਅੰਤਰਜਾਮੀ ਸਨ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਛੋਟੀ ਉਮਰ, ਤੁਸੀਂ ਬੜੇ ਸਿਆਣੇ ਚਤਰ ਹੋ, ਬਾਕੀ ਵੀ ਜਿਹੜਾ ਤੁਹਾਡਾ ਵਿਹਾਰ ਲੈਣ ਦੇਣ ਉਹ ਪਿਤਾ ਦੇ ਅਧੀਨ ਹੈ। ਪਠਿਓ ਕਾਜ ਕਹਿ ਤੋਹੇ ਵਿਚਾਰੀ। ਉਹਨਾਂ ਨੇ ਸੋਚ ਵਿਚਾਰ ਕੇ ਤੁਹਾਨੂੰ ਕਿਸੇ ਕੰਮ ਵਾਸਤੇ ਭੇਜਿਆ ਹੋਊਗਾ। ਜਾਹੋ ਸ਼ੂਸ਼ ਤੋ ਦੇਹ ਨਿਕਾਰੀ। ਜੇ ਤੁਸਾਂ ਨੇ 20 ਰੁਪਏ ਸਾਨੂੰ ਦੇ ਦਿੱਤੇ, ਆਪ ਤੁਸੀਂ ਉਹ ਕੰਮ ਤੋਂ ਖਾਲੀ ਹੋ ਕੇ ਐਵੇਂ ਖਾਲੀ ਹੱਥ ਗਏ, ਤੇ ਉਹ ਤੁਹਾਨੂੰ ਇਹੋ ਜਿਹਾ ਦੇ ਕੇ ਘਰੋਂ ਵੀ ਕੱਢ ਦੇਣਗੇ। ਸੁਣੋ ਸੰਤ ਮੈਂ ਪਿਤਾ ਨਿਰਦੇਸ਼ਾ। ਸੰਤ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸ਼੍ਰੀਮੰਤ ਸੰਤ ਜੀ ਸੁਣੋ, ਮੈਂ ਦੇ ਪਿਤਾ ਦੇ ਆਗਿਆ ਅਨੁਸਾਰੀ ਹਾਂ। ਸੋ ਕੀਨੋ ਜਿਸ ਲਾਭ ਵਿਸ਼ੇਖਾ। ਉਹੀ ਅਸਾਂ ਨੇ ਕੀਤਾ ਹੈ ਜਿਸ ਵਿੱਚ ਮਹਾਨ ਹੀ ਲਾਭ ਨਫਾ ਹੈ। ਮੁਝ ਸੋ ਕਹਿਓ ਬਨਜ ਸੋ ਕਰੀਏ। ਸਾਨੂੰ ਪਿਤਾ ਜੀ ਨੇ ਇਹ ਕਿਹਾ ਸੀ ਕਿ ਪੁੱਤਰ ਜੀ
ਉਹ ਵਣਜ, ਉਹ ਖਰਾ ਸੌਦਾ, ਉਹ ਵਪਾਰ, ਉਹ ਲਾਭਦਾਇਕ ਜਿਹੜਾ ਸੌਦਾ ਵਪਾਰ ਕਰੀਏ। ਜਾਂ ਤੇ ਅਨੰਤ ਨਾ ਭਲੋ ਵਿਚਰੀਏ। ਉਹਨਾਂ ਨੇ ਸਾਨੂੰ ਇਹ ਕਿਹਾ ਸੀ, ਇਸ ਵਾਸਤੇ ਸ੍ਰੀ ਮਹੰਤ ਸੰਤ ਜੀ ਇਸ ਤੋਂ ਬਿਨਾਂ ਤੇ ਅਸੀਂ ਹੋਰ ਕੋਈ ਸੌਦਾ ਵਿਚਾਰਦੇ ਨਹੀਂ ਵੀ ਜਿਹੜਾ ਇਹ ਤੋਂ ਉੱਚਾ ਸੌਦਾ ਹੋ, ਮਹਾਨ ਲਾਭ ਵਾਲਾ। ਬਾਣੀ ਸੁਣੀ ਸੋ ਧੀਰ ਮਹੰਤਾ। ਜੋ ਸ੍ਰੀਮੰਤ ਸੰਤ ਨੇ ਬੜੇ ਧੀਰਜਤਾ ਵਾਲੇ, ਸਹਿਜ ਸੁਭਾਅ ਵਾਲੇ, ਐਸੀ ਸਤਿਗੁਰਾਂ ਦੀ ਬਾਣੀ ਸੁਣੀ ਹੈ। ਕਹਿਓ ਜੇ ਤਵ ਔਰ ਇਹ ਦਿਡ ਮੰਤਾ। ਕਿਆ ਮਹਾਰਾਜ ਜੀ ਤੁਹਾਡੇ ਹਿਰਦੇ ਵਿੱਚ ਪੱਕੀ ਇਹੀ ਸਲਾਹ ਕੀਤੀ ਹੋਈ ਹੈ। ਲੈ ਜਾਵਹੁ ਧਨ ਨਿਜ ਕਹਿ ਨਗਰੀ। ਇਹ ਜਿਹੜੇ 20 ਰੁਪਏ ਧਨ ਤੁਸੀਂ ਲੈ ਜਾਓ ਕਿਸੇ ਨਗਰੀ ਵਿੱਚ। ਭੋਜਨ ਸੋਜ ਆਨ ਦੇਹ ਸਗਰੀ। ਭੋਜਨ ਦੀ ਜਿਹੜੀ ਸਮੱਗਰੀ ਉਹ ਲੈ ਕਰਕੇ ਤੇ ਤੁਸੀਂ ਸਾਨੂੰ ਲਿਆ ਕੇ ਦੇ ਦਿਓ। ਸੁਨੇ ਸ਼ਰਵਨ ਸੰਤ ਕੇ ਬੈਨਾ। ਐਵੇਂ ਸੰਤਾਂ ਦੇ ਜਿਹੜੇ ਬਚਨ ਹੈ ਸਤਿਗੁਰੂ ਜੀ ਨੇ ਆਪਣੇ ਸ਼ਰਵਣਾਂ ਵਿੱਚ ਸੁਣੇ ਹੈ। ਨਗਰ ਦਿਸ਼ਾ ਗਮਨੇ ਗੁਣ ਐਨਾ। ਗੁਣਾਂ ਦੇ ਘਰ ਮਹਾਰਾਜ ਨਗਰ ਦੀ ਦਿਸ਼ਾ ਨੂੰ ਗਏ ਹੈ। ਜੋ ਚੂੜਕਾਣਾ ਨਗਰ ਹੈ, ਜਿੱਥੇ ਅੱਜ ਗੁਰਦੁਆਰਾ ਸਾਹਿਬ ਖਰਾ ਸੌਦਾ ਜਾਂ ਸੱਚਾ ਸੌਦਾ ਨਾਮ ਤੇ ਬਣਿਆ ਹੋਇਆ, ਉਸ ਨਗਰ ਦੀ ਚੂੜਕਾਣਾ ਪਿੰਡ ਨਗਰ ਦੀ ਦਿਸ਼ਾ ਨੂੰ ਗੁਰੂ ਗੁਣਾਂ ਦੇ ਘਰ ਗਏ ਹੈ। ਲੈ ਬਿਪਨੀ ਤੇ ਚੂਨ ਮਹੀਨਾ। ਮੰਡੀ ਦੇ ਵਿੱਚੋਂ ਐਵੇਂ ਆਟਾ ਬੜਾ ਬਰੀਕ। ਤੇ ਹਿਤ ਪੰਜ ਰਜਤ ਪਨ ਦੀਨਾ। ਮੰਡੀ ਵਿੱਚੋਂ ਬਰੀਕ ਆਟਾ ਲਿਆ ਹੈ, ਉਸ ਦੇ ਵਾਸਤੇ 5 ਜਿਹੜੇ ਰੁਪਈਏ ਚਾਂਦੀ ਦੇ ਦਿੱਤੇ ਹਨ। ਸੂਖਮ ਚਾਵਰ 4 ਲਮੇਰੇ। ਸੁੱਕ ਜਿਹੜੇ ਚੌਲ ਬੜੇ ਸੂਖਮ ਬਰੀਕ ਹੈ ਤੇ ਬਹੁਤ ਸੁੰਦਰ ਲੰਮੇ ਲੰਮੇ। ਤੇ ਸਮ ਲੇਕਰ ਭਾਰ ਬੰਦੇਰੇ। ਜਿੰਨੇ ਦਾ ਆਟਾ ਲੈਣਾ 5 ਰੁਪਈਆਂ ਦਾ, ਉਹਦੇ ਬਰਾਬਰ ਦਾ ਹੀ ਚੌਲ ਲੈ ਲਏ ਲੰਮੇ ਲੰਮੇ ਤੇ ਉਹਦੀ ਪੰਡ ਜੀ ਬਣ ਲਈ ਹੈ। ਲੀਨ ਤੀਨ ਕੋ ਕ੍ਰਿਤ ਨਵੀਨਾ। ਘਿਓ ਜਿਹੜਾ ਹੈ ਐ ਵਧੀਆ ਚੰਗਾ ਵੇਖ ਕੇ 3 ਰੁਪਈਆਂ ਦਾ ਉਹ ਲੈ ਲਿਆ ਹੈ। ਸਿਤਾ ਸਵੇਤ ਤਾਂ ਕੇ ਸਮਲੀਨਾ। ਖੰਡ ਜਿਹੜੀ ਚਿੱਟੀ ਹੈ ਉਹਦੇ ਸਮਾਨ ਹੀ ਲੈ ਲਈ, ਭਾਵ ਉਹ ਵੀ 3 ਰੁਪਈਆਂ ਦੀ ਲੈ ਲਈ ਹੈ। ਦੁਗਧ ਹੇਤ ਖਰਚੇ ਪੁਨ ਤੀਨੋ। ਦੁੱਧ ਵਾਸਤੇ ਵੀ 3 ਰੁਪਏ ਪੁਨਾ ਗੁਰੂ ਜੀ ਨੇ ਖਰਚੇ ਵਿੱਚ 19 ਰੁਪਏ ਹੋ ਗਏ। ਬਾਕੀ ਭਾਰ ਬਾਹ ਕੋ ਦੀਨਾ। ਬਾਕੀ ਜਿਹੜਾ ਭਾਰ ਚੁੱਕਣ ਵਾਲਾ ਸੀ, ਗੱਡੇ ਦੇ ਲੈ ਕੇ ਆਉਣ ਵਾਲਾ, ਉਹਨੂੰ 1 ਰੁਪਈਆ ਦੇ ਦਿੱਤਾ ਹੈ। ਇਹ ਸਤਿਗੁਰੂ ਜੀ ਨੇ 20 ਰੁਪਏ ਵੇਖ ਲਓ, 20 ਦੇ 20 ਦੇ ਦਿੱਤੇ ਮਹਾਰਾਜ ਜੀ ਨੇ। 1 ਰੁਪਈਆ ਨੇ ਕੋਲ ਰੱਖਿਆ ਕਿ ਚਲੋ ਸਾਡੇ ਕੰਮ ਆ ਜਾਊਗਾ। 5 ਦਾ ਆਟਾ ਲੈ ਲਿਆ ਹੈ, 5 ਦੇ ਚੌਲ ਲੈ ਲਏ ਹੈ, 3 ਦਾ ਘਿਓ ਲੈ ਲਿਆ ਤੇ 3 ਦਾ ਹੀ ਜਿਹੜਾ ਹੈ ਐਵੇਂ ਦੁੱਧ ਲੈ ਲਿਆ ਹੈ। 19 ਰੁਪਈਆਂ ਦਾ ਐਵੇਂ ਸਾਰਾ ਸਮਾਨ ਲੈ ਲਿਆ ਹੈ। 3 ਰੁਪਈਆਂ ਦੀ ਖੰਡ ਲੈ ਲਈ ਹੈ। 1 ਰੁਪਈਆ ਭਾਰ ਢੋਣ ਵਾਲੇ ਨੂੰ ਦੇ ਦਿੱਤਾ ਹੈ। ਇੰਨੇ ਸਤਿਗੁਰੂ ਜੀ ਤਿਆਗੀ ਮਹਾਰਾਜ। 12 ਕੋ ਮਾਇਆ ਸਤਿਗੁਰੂ ਜੀ ਤੋਂ 12 ਕੋ ਦੂਰ ਰਹਿੰਦੀ ਸੀ ਮਾਇਆ। 20 ਦੇ 20 ਉਹ ਸੰਤਾਂ ਦੇ ਵਾਸਤੇ ਉਹ ਭੋਜਨ ਪ੍ਰਸ਼ਾਦਾ ਗੱਡੇ ਉੱਪਰ ਲੱਦ ਕੇ ਖਰੀਦ ਲਿਆ ਹੈ ਤੇ ਉਹ ਭਾਰ ਚੁੱਕਣ ਵਾਲੇ ਨੂੰ 1 ਰੁਪਈਆ ਦੇ ਦਿੱਤਾ ਹੈ। ਸਭ ਹੈ ਸੋਜ ਪੁਰ ਤੇ ਉਚਵਾਈ। ਸਭ ਹੈ ਸੋਜ, ਸਾਰੀ ਜਿਹੜੀ ਉਹ ਭੋਜਨ ਦੀ ਸਮੱਗਰੀ ਸੀ ਉਹ ਪੁਰੀ ਤੋਂ ਚੁਕਵਾਈ ਹੈ। ਸੰਤਨ ਟਿਗ ਗਮਨੇ ਜਗਰਾਈ। ਚੂੜਕਾਣਾ ਪੁਰੀ ਤੋਂ ਚੁਕਵਾ ਕੇ ਸੰਤ ਜਿੱਥੇ ਸ੍ਰੀ ਮਹੰਤ ਜੀ ਰੁਕੇ ਹੋਏ ਸਨ, ਉੱਥੇ ਗੁਰੂ ਮਹਾਰਾਜ ਉਸ ਰਸਤੇ ਵੱਲ ਸੰਤਾਂ ਕੋਲ ਚਲੇ ਗਏ। ਜਗਤ ਦੇ ਮਾਲਕ ਸਭ ਸੰਭਾਰ ਮਹੰਤ ਅਗਾਰੀ। ਸੰਤਾਂ ਵੱਲ ਜਗਤ ਦੇ ਮਾਲਕ ਚੱਲ ਪਏ ਹੈ। ਸਭ ਸੰਭਾਰ ਕੇ ਸਬਸਤ ਲੈ ਗਏ ਤੇ ਮਹੰਤ ਸ਼੍ਰੀ ਜੀ ਦੇ ਅੱਗੇ ਧਰ ਬੈਸੇ ਸੇਵਕ ਸੁਖਕਾਰੀ। ਜੋ ਆਪਣੇ ਸੇਵਕਾਂ ਨੂੰ ਸੁਖ ਕਰਨ ਵਾਲੇ ਰੱਖ ਕੇ ਸਾਰੀ ਸਮੱਗਰੀ ਤੇ ਗੁਰੂ ਜੀ ਬੈਠ ਗਏ। ਤੀਜੇ ਆਇਸ ਹੋਏ ਰਸੋਈ। ਕਿਆ ਹੈ ਸ੍ਰੀ ਸੰਤ ਮਹੰਤ ਜੀ
ਸਾਧੂਓ ਸਾਰੀ ਸਮੱਗਰੀ ਲੈ ਆਂਦੀ ਹੈ, ਆਪਣੇ ਸੇਵਕ ਨੂੰ ਆਗਿਆ ਦਿਓ, ਕਿਸੇ ਸੰਤ ਨੂੰ ਆਗਿਆ ਦੀਜੀਏ, ਆਗਿਆ ਦਿਓ ਤਾਂ ਜੋ ਲੰਗਰ ਤਿਆਰ ਕਰਨ। ਅਚਹਿ ਸੰਤ ਰੁਚ ਕਰਹਿ ਜਿਤੋਈ। ਜਿੰਨੀ ਕਿਸੇ ਸੰਤ ਦੀ ਰੁਚੀ ਹੈ, ਛਕਣਾ ਚਾਹੁੰਦੇ ਉਨਾ ਹੀ ਉਹ ਸੰਤ ਛਕ ਲੈਣ ਬਣਾ ਕੇ। ਸੋਰਠਾ ਸੁਨ ਮਹੰਤ ਮਤਵੰਤ ਕਹੀ। ਸੁਣ ਕੇ ਜੋ ਬਹੁਤ ਮਹਾਨ ਬੁੱਧੀ ਵਾਲੇ ਸ਼੍ਰੀ ਮਹੰਤ ਜੀ ਉਹਨਾਂ ਨੇ ਬਚਨ ਕਿਹਾ। ਗਿਰਾ ਜਗ ਕੰਤ ਸੋ ਕਹੀ ਗਿਰਾ ਜਗ ਕੰਤ ਸੋ, ਜਗਤ ਦੇ ਮਾਲਕ ਗੁਰੂ ਜੀ ਨੂੰ ਇਹ ਬਾਣੀ ਕਹੀ। ਕਰ ਅਚਵਹਿਗੇ ਸੰਤ ਤੁਮਾ। ਕਿਆ ਹੈ ਕਿ ਮਹਾਰਾਜ ਜੀ ਇਹ ਸੰਤ ਜਿਹੜੇ ਆ ਆਪੇ ਉਹ ਛਕ ਛਕਾ ਲੈਣਗੇ ਤਿਆਰ ਕਰਕੇ ਭੋਜਨ। ਗਮਨਹ ਪੁਰ ਆਪਣੇ। ਵਿਸ਼ਰਾਮ ਗਲਤ ਹੈ। ਕਰ ਅਚਵਹਿਗੇ ਸੰਤ, ਸੰਤ ਆਪੇ ਭੋਜਨ ਤਿਆਰ ਕਰਕੇ ਮਹਾਰਾਜ ਛਕ ਲੈਣਗੇ। ਤੁਮ ਗਮਨ ਹੋ ਪੁਰ ਆਪਣੇ, ਤੁਸੀਂ ਆਪਣੀ ਪੁਰੀ ਜਿਸ ਨਗਰ ਤੋਂ ਆਏ ਉਧਰ ਨੂੰ ਚਲੇ ਜਾਓ। ਦੋਹਰਾ ਤਜ ਕਾਨਨ ਕਮਲਾਲਨਾ। ਸਤਿਗੁਰੂ ਜਿਨ੍ਹਾਂ ਦਾ ਮੁਖ ਕਮਲ ਦੇ ਫੁੱਲ ਵਰਗਾ, ਕਮਲ ਵਰਗੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਜੰਗਲ ਨੂੰ ਛੱਡ ਕੇ ਗਮਨੇ ਨਿਜ ਪੁਰ ਔਰ। ਆਪਣੀ ਜਿਹੜੀ ਪੂਰੀ ਰਾਏ ਭੋਜ ਦੀ ਤਲਵੰਡੀ ਉਧਰ ਵੱਲ ਨੂੰ ਗੁਰੂ ਜੀ ਚਲੇ ਗਏ। ਕਬ ਸੰਤੋਖ ਸਿੰਘ ਬੰਦਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਮੈਂ ਕਵੀ ਸਤਿਗੁਰੂ ਜੀ ਨੂੰ ਨਮਸਕਾਰ। ਧਰ ਪਰ ਜੁਗ ਕਰ ਜੋਰ। ਮੈਂ ਆਪਣੇ ਦੋਵੇਂ ਹੱਥਾਂ ਨੂੰ ਜੋੜ ਕੇ ਧਰਤੀ ਉੱਪਰ ਆਪਣਾ ਮੱਥਾ ਰੱਖ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਭਾਈ ਸੰਤੋਖ ਸਿੰਘ ਮੈਂ ਕਵੀ ਮੱਥਾ ਟੇਕਦਾ ਹਾਂ, ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਹਾਨ ਹੈ, ਐਸੇ ਤਿਆਗ ਅਵਸਥਾ ਵਾਲੇ ਹੈ, ਜਿਨ੍ਹਾਂ ਦੀ ਕਹਿਣੀ ਕਥਨੀ ਇਹ ਸੰਸਾਰ ਦੇ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਐਸੇ ਗੁਰੂ ਮਹਾਰਾਜ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ, ਜੋ ਸਤਿਗੁਰੂ ਜੀ ਨੂੰ 20 ਰੁਪਏ ਸੰਤਾਂ ਨੂੰ ਦਿੱਤੇ। ਉਹ ਉਸ ਦਿਨ ਤੋਂ ਹੀ ਲੰਗਰ ਦੀ ਪ੍ਰਥਾ ਚੱਲ ਗਈ ਸੀ। ਗੁਰੂ ਮਹਾਰਾਜ ਜੀ ਨੇ ਉਹ 20 ਰੁਪਈਆਂ ਦਾ ਐਸਾ ਲੰਗਰ ਲਾਇਆ ਜੋ ਅੱਜ ਤੱਕ ਉਹ ਕਲਾ ਵਰਤ ਰਹੀ ਹੈ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਲਾ ਹੈ। ਗੁਰੂ ਜੀ ਬੇਅੰਤ ਸ਼ਕਤੀਆਂ ਵਾਲੇ ਅਨੰਤ ਕਲਾ ਲੈ ਠਾਕਰ ਚੜ੍ਹਿਆ। ਗੁਰੂ ਨਾਨਕ ਸਾਹਿਬ ਜੀ ਐਸਾ ਕੌਤਕ ਕਰ ਰਹੇ ਹੈ। ਅੱਗੇ ਜਿਵੇਂ ਕੁਝ ਪ੍ਰਸੰਗ ਰਹਿੰਦਾ ਹੈ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਸਮਾਪਤੀ ਹੋ ਗਈ ਇਸ ਪ੍ਰਸੰਗ ਦੀ। ਅੱਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਜਿਵੇਂ ਘਰ ਆਉਣਗੇ, ਪਿਤਾ ਜੀ ਉਹਨਾਂ ਨਾਲ ਜਿਵੇਂ ਉਹ ਬੋਲ ਕਬੋਲ ਕਰਨਗੇ। ਰਾਏ ਬਲਾਰ ਜੀ ਜਿਵੇਂ ਕਲਿਆਣ ਚੰਦ ਪਿਤਾ ਜੀ ਨੂੰ ਰੋਕਣਗੇ, ਆਪਣੇ ਵੱਲੋਂ ਕਹਿਣਗੇ, ਉਹ ਪ੍ਰਸੰਗ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ ਜੀ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਤਪਸੀਅਨ ਪ੍ਰਸੰਗ ਵਰਣਨ ਨਾਮ ਚਤੁਰਦਸਮੋ ਅਧਿਆਏ। ਇੱਥੇ ਜਿਹੜਾ 14ਵਾਂ ਅਧਿਆਏ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ, ਜਿਹਦੇ ਪਹਿਲੇ ਭਾਗ 'ਚ ਜਿਸ ਦਾ ਪਹਿਲਾ ਅੱਧਾ ਹਿੱਸਾ, ਜਿਸ ਪ੍ਰਸੰਗ ਵਿੱਚ ਤਪਸੀਅਨ ਪਾਠ ਨਹੀਂ ਹੁੰਦਾ, ਤਪਸੀਅਨ ਪਾਠ ਹੈ। ਜਿਹੜੇ ਤਪੱਸਿਆ ਕਰਨ ਵਾਲੇ ਸੰਤ ਸ੍ਰੀ ਸੰਤ ਰੇਣ ਜੀ ਹੋਰ ਸਾਧੂ ਸਨ, ਕਠਨ ਤਪ ਕਰਨ ਵਾਲੇ, ਉਹਨਾਂ ਦੇ ਪ੍ਰਸੰਗ ਦੀ ਇੱਥੇ 14ਵੇਂ ਅਧਿਆਏ ਦੀ ਇਤੀ ਕਰੀਏ ਸਮਾਪਤੀ ਹੋ ਗਈ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਤਜ ਕਾਨਨ ਕਮਲਾਲਨੰ ਗਮਨੇ ਨਿਜ ਪੁਰਿਓਰ। ਕਵ ਸੰਤੋਖ ਸਿੰਘ ਬੰਦਨਾ। ਧਰ ਪਰ ਜੁਗ ਕਰ ਜੋਰ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ
ਤਪਸੀਅਨ ਪ੍ਰਸੰਗ ਵਰਨਨੰ ਨਾਮ ਚਤੁਰਦਸਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। हे गोबिंद हे गुण निधान जाकै सदा विवेक। हे अपरंपर हर हरे है भी होवनहार। हे संत कै सदा संग निदारा आधार। हे ठाकुर हो दासरो मैं निर्गुण गुण नहीं कोय। नानक दीजै नाम दान राखो हिय परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो तरे पार। जो सरदा कर सेम दे गुर पायो तारन हार। गथानता व्रत